ਵਾਹਿਗੁਰੂ ਜੀ। ਗੁਰੂ ਗਰੀਬ ਨਿਵਾਸ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕ ਹੋਸੀ ਪੀ ਸਚ। ਫਰੀਦਾ ਚਾਰ ਗਵਾਇਆ ਹੰਡ ਕੇ ਚਾਰ ਗਵਾਇਆ ਸਮ ਲੇਖਾ ਰੱਬ ਮੰਗੇਸੀਆ ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ ਕਬੀਰ ਲੂਟਣਾ ਹੈ ਤਉ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾਹੋਗੇ प्राण जाहेंगे छूट। जो दिन आवे सो दिन जाही, 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 जो दिन आवे
जो दिन आवे सो दिन जाई। करना कुछ रहन थिर नाही, 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 करना कुछ रहन थिर नाही। जो दिन आवे तो दिन जाही, जो दिन आवे तो दिन जाही। जो दिन आवे सो दिन जाई। 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 जो दिन आवे सो दिन जाही, जो दिन आवे सो दिन जाही। 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 करना कुछ रहन थिर नहीं, करना कुछ रहन थिर नहीं, करना कुछ रहन थिर नाही। 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 संग चलत है हम पी चलना, संग चलत है हम पी चलना, संग चलत है हम पी चलना। 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 दूर गवन सिर ऊपर मरना, दूर गवन सिर ऊपर मरना, दूर गवन सिर ऊपर मरना। दूर गमन सिर ऊपर मरना। दूर गमन सिर ऊपर मरना।
जाग ले हो। कहाँ गाफल सोया जो तन उपजा संग ही सो पी संग न होया। मात पिता भाई सुत बनता कहो को है काका। जह मात पिता सुत मीत न पाई। मन उहाँ नाम मन उहाँ नाम तेरे संग सहाई। मन उहाँ नाम तेरे संग सहाई। वाहेगुरु 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 वाहेगुरु
ਵਾਹਿਗੁਰੂ 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 ਬੀਜ ਮਾਨਸ ਜਨਮ ਦੁਲੰਭ ਹੈ ਹੋਏ ਨ ਬਾਰ 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 ਜੋ ਬਨ ਫਲ ਪਾਕੇ ਪੁਇੰਗ ਹੈ ਬਹਰ ਨ ਲਾਗੈ ਡਰ ਜੋ ਬਨ ਫਲ ਪਾਕੇ ਪੁਇੰਗ ਹੈ ਬਹਰ ਨ ਲਾਗੈ ਡਰ ਵਾਹਿਗੁਰੂ 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 ਜਹ ਮਾਤ ਪਿਤਾ ਸੁਤ ਮੀਤ ਨ ਪਾਈ ਮਨ ਉਹਾ ਨਾ ਤੇਰਾ ਸੰਗ ਸੁਹਾਈ ਅਬ ਨਾ ਭਜਸ ਭਜਸ ਕਬ ਪਾਈ ਆਵੈ ਅੰਤ ਨਾ ਭਜਿਆ ਜਾਈ ਉਹ ਕਾਲ ਵਰੀ ਨੇ ਗੁਲੇਲਾ ਐਸਾ ਮਾਰਨਾ 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 ਕਾਲ ਵਲੀ ਨੇ ਗਲੇਲਾ ਐਸਾ ਮਾਰਨਾ ਕਾਲ ਵਲੀ ਨੇ ਗਲੇਲਾ ਐਸਾ ਮਾਰਨਾ ਲੈ ਜਾਣਨ ਜੀ ਜਿੰਦ ਕੱਢ ਕੇ ਹਾਂ ਲੈ ਜਾਣਨ ਜੀ ਜਿੰਦ ਕੱਢ ਕੇ ਹਾਂ ਲੈ
ਜਾਣਾ ਜੀ ਹਾਂ ਜਿੰਦ ਕੱਢ ਕੇ ਲੈ ਜਾਣਾ ਜੀ ਜਿੰਦ ਕੱਢ ਕੇ ਲੈ ਜਾਣਾ ਜੀ ਹਾਂ ਜਿੰਦ ਕੱਢ ਕੇ ਲੈ ਜਾਣਾ ਜੀ ਜਿੰਦ ਕੱਢ ਕੇ ਤੇਥੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਤੇਤੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਤੇਤੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਤੇਤੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਤੇਤੋਂ ਨਾਮ ਜਪਿਆ ਨਹੀਂ ਜਾਣਾ ਜਦੋਂ ਤੇਰਾ ਕਾਲ ਆ ਗਿਆ ਚਿੱਟੇ ਦੰਦਾਂ ਦੇ ਬਣਨਗੇ ਕੋਲੇ ਆ ਹੱਡੀਆਂ ਦੀ ਰਾਖ ਬਣ ਜੂ ਚਿੱਟੇ ਦੰਦਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਜੂ ਉਹ ਚਿੱਟੇ ਦੰਦਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਜੂ ਚਿੱਟੇ ਦੰਦਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਜੂ ਚਿੱਟੇ ਦੰਦਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਜੂ ਚਿੱਟੇ ਦੰਦਾਂ ਦੇ ਬਣਨਗੇ ਕੋਲੇ ਤਨ ਤੇਰਾ ਰਾਖ ਬਣ ਜੂ ਸਕੇ ਪੀਰ ਅਮਾਂ ਦੇ ਜਾਏ ਸਕੇ ਪੀਰ ਅਮਾਂ ਦੇ ਜਾਏ ਹੋ ਸਕੇ ਵੀਰ ਅੰਬਾਂ ਦੇ ਜਾਏ 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 ਮੋਢਾ ਲਾ ਕੇ ਜੀ ਛੱਡ ਆਉਣਗੇ ਹਾਂ ਮੋਢਾ ਲਾ ਕੇ ਜੀ ਛੱਡ ਆਉਣਗੇ ਮੋਢਾ ਲਾ ਕੇ ਜੀ ਹਾਂ ਛੱਡ ਆਉਣਗੇ ਮੋਢਾ ਲਾ ਕੇ ਜੀ ਛੱਡ ਆਉਣਗੇ ਮੋਢਾ ਲਾ ਕੇ ਜੀ ਤੈਨੂੰ ਛੱਡ ਆਉਣਗੇ ਮੋਢਾ ਲਾ ਕੇ ਜੀ ਛੱਡ ਆਉਣਗੇ ਸਕੇ ਵੀਰ ਅਮਾਂ ਦੇ ਜਾਏ ਮੋਢਾ ਲਾ ਕੇ ਛੱਡ ਆਉਣਗੇ ਸਕੇ ਵੀਰ ਅਮਾਂ ਦੇ ਜਾਏ ਮੋਢਾ ਲਾ ਕੇ ਛੱਡ ਆਉਣਗੇ ਹੋ ਸਕੇ ਵੀਰ ਅੰਬਾਂ ਦੇ ਜਾਏ ਮੋਢਾ ਲਾ ਕੇ ਛੱਡ ਆਉਣਗੇ ਸਕੇ ਵੀਰ ਅੰਬਾਂ ਦੇ ਜਾਏ ਮੋਢਾ ਲਾ ਕੇ ਛੱਡ ਆਉਣਗੇ ਸਕੇ ਵੀਰ ਅੰਬਾਂ ਦੇ ਜਾਏ ਮੋਢਾ ਲਾ ਕੇ ਛੱਡ ਆਉਣਗੇ
ਕਿਉਂ ਨਹੀਂ ਜਾਗਦਾ ਸੁੱਤਿਆ ਮਨਾ ਵੇ ਦੱਸ ਕਿਉਂ ਨਹੀਂ ਜਾਗਦਾ ਸੁੱਤਿਆ ਮਨਾ ਵੇ ਤੂੰ ਕਿਉਂ ਨਹੀਂ ਜਾਗਦਾ ਉਹ ਸੁੱਤਿਆ ਮਨਾ ਵੇ ਕਿਉਂ ਨਹੀਂ ਜਾਗਦਾ ਉਹ ਸੁੱਤਿਆ ਮਨਾ ਵੇ ਕਿਉਂ ਨਹੀਂ ਜਾਗਦਾ ਤੂੰ ਸੁੱਤਿਆ ਮਨਾ ਵੇ ਕਿਉਂ ਨਹੀਂ ਜਾਗਦਾ ਤੇਰਾ ਨਾਮ ਜਪਣ ਦਾ ਵੇਲਾ ਤੇਰਾ ਨਾਮ ਜਪਣ ਦਾ ਵੇਲਾ ਤੇਰਾ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਤੇਰਾ ਨਾਮ ਜਪਣ ਦਾ ਵੇਲਾ ਨਾਮ ਜਪਣ ਦਾ ਵੇਲਾ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ ਉਹ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ ਕਿਉਂ ਨਹੀਂ ਜਾਗਦਾ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ ਅਵਨਾ ਭਜਸ ਭਜਸ ਕਬ ਪਾਈ ਆਵੇ ਅੰਤ ਨ ਭਜਿਆ ਜਾਈ ਰਾਜਾਨ ਰਾਜ ਪਾਨਨ ਪਾਨ ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ, ਜਿਨ੍ਹਾਂ ਦੀ ਪਾਵਨ ਪਵਿੱਤਰ ਹਾਜ਼ਰਾ ਹਜ਼ੂਰੀ ਵਿੱਚ ਆਪ ਜੀ ਬਹੁਤ ਹੀ ਸਤਿਕਾਰਯੋਗ ਸਵਰਗਵਾਸੀ ਸਰਦਾਰ ਧੰਨਾ ਸਿੰਘ ਜੀ, ਧਨੋਆ ਪਰਿਵਾਰ, ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਆਪ ਜੀ ਰਿਸ਼ਤੇਦਾਰ, ਨਗਰ ਨਿਵਾਸੀ, ਪਰਿਵਾਰ ਦੇ ਨਾਲ ਸਨੇਹ ਰੱਖਣ ਵਾਲੇ ਮਾਈ ਭਾਈ ਜਿੰਨੀਆਂ ਵੀ ਸੰਗਤਾਂ ਹਾਜ਼ਰ ਹੋ, ਕਈਆਂ ਨੇ ਪਹੁੰਚ ਜਾਣਾ ਹੈ। ਆਓ, ਸਤਿਗੁਰੂ ਜੀ ਦਾ ਇਲਾਹੀ ਫਰਮਾਨ ਹੈ ਜੋ ਉਸ ਦੇ ਮੁਤਾਬਕ ਚੱਲਦਿਆਂ ਹੋਇਆਂ ਸਤਿਗੁਰੂ ਜੀ ਦੇ ਦਰ ਘਰ ਦੀ ਮੁੱਢਲੀ ਮਰਿਆਦਾ ਨੂੰ ਅਪਣਾਈਏ। ਗੱਜ ਵੱਜ ਕੇ ਸਭ ਤੋਂ ਪਹਿਲਾਂ ਆਓ ਫਤਿਹ ਬੁਲਾਈਏ। ਧੰਨ ਕਲਗੀਧਰ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦਾ ਨਾਰਾ ਬੁਲੰਦ ਕਰੀਏ। ਕੋਈ ਵੀ ਰਸਨਾ ਬਾਝੀ ਨਾ ਰਵੇ। ਬਖਸ਼ੋ ਅਸੀਸ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਸਾਹਿਬ ਸਤਿਗੁਰੂ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਹਜ਼ੂਰੀ ਵਿੱਚ ਜੋ ਸੰਸਾਰ ਦੇ ਆ ਜਿਹੜਾ ਬਣਿਆ ਸੰਸਾਰ, ਇਹਦੇ ਵਿੱਚੋਂ ਵਾਰੀ ਅਨੁਸਾਰ ਜੀਵ ਨੇ ਚਲੇ ਜਾਣਾ ਹੈ। ਉਸ ਬਾਰੀ ਦੇ ਤਹਿਤ ਅੱਜ ਆਪਾਂ ਜਿਨ੍ਹਾਂ ਦੀ ਅੰਤਮ ਅਰਦਾਸ ਵਿੱਚ ਬੈਠੇ ਹਾਂ, ਪਿਛਲੇ ਦਿਨਾਂ ਵਿੱਚ ਉਹਨਾਂ ਦਾ ਅੰਤਮ ਸੰਸਕਾਰ ਹੋਇਆ। ਅੱਜ ਅੰਤਮ ਅਰਦਾਸ ਵਿੱਚ ਸ਼ਾਮਲ ਹੋਣਾ ਹੈ। ਸਤਿਗੁਰੂ ਜੀ ਦੇ ਪਾਵਨ ਚਰਨਾਂ ਵਿੱਚ ਯਤਨ ਕਰੀਏ। ਅੰਤਮ ਅਰਦਾਸ ਦਾ ਬਹੁਤ ਵੱਡਾ ਮਹਾਤਮ ਹੈ। ਇਹ ਕੋਈ ਦੁਨੀਆ ਨੂੰ ਦੇਖਣ ਦੇ ਲਈ ਜਾਂ ਦੁਨੀਆ ਦੇ ਇਕੱਠ ਲਈ ਅੰਤਮ ਅਰਦਾਸ ਨਹੀਂ ਹੈ। ਅੰਤਮ ਅਰਦਾਸ ਦਾ ਕੋਈ ਬਹੁਤ ਵੱਡਾ ਭਾਵ ਅਰਥ ਹੈ ਇਸ ਦਾ। ਜਿੱਥੇ ਆਪਾਂ ਸਾਰੇ ਅੱਜ ਜੁੜ ਮਿਲ ਬੈਠੇ ਹਾਂ, ਸਦ ਸੰਗਤ ਇਹੀ ਦੱਸਣ ਵਾਸਤੇ ਗੁਰੂ ਸਾਹਿਬ ਜੀਆਂ ਨੇ ਸਾਨੂੰ ਦੱਸਿਆ ਵੀ ਅੰਤਮ ਸੰਸਕਾਰ ਤੇ ਅੰਤਮ ਜਿਹੜਾ ਹੈ ਅਰਦਾਸ, ਇਹਦੇ ਵਿੱਚ ਸ਼ਾਮਲ ਹੋਣਾ। ਸਤਿਗੁਰੂ ਕਹਿੰਦੇ ਮਨਾ ਤੈਨੂੰ ਪਤਾ ਲੱਗੇ ਸੰਸਾਰ ਦੇ ਵਿੱਚੋਂ ਜੋ ਵੀ ਦਿਸ ਰਿਹਾ, ਜਿਹਦੇ ਨਾਲ ਮੇਰਾ ਪਿਆਰ ਹੈ, ਜਿਹਦੇ ਨਾਲ ਸਨੇਹ ਹੈ,
ਇਹ ਉਨਾ ਚਿਰ ਹੀ ਹੈ ਜਿੰਨਾ ਚਿਰ ਇਹ ਤਨ ਮੌਜੂਦ ਹੈ। ਜਿੰਨਾ ਚਿਰ ਤਨ ਦੇ ਵਿੱਚ ਪਰਮੇਸ਼ਰ ਦੇ ਸਵਾਸ ਦਿੱਤੇ ਨੇ ਨਾ ਜਿਹੜੇ, ਜਿੰਨਾ ਚਿਰ ਇਹ ਸਰੀਰ ਦੇ ਵਿੱਚ ਤਨ ਦੇ ਵਿੱਚ ਸਾਹ ਚੱਲ ਰਹੇ ਆ, ਉਹਨਾਂ ਚਿਰ ਦੇ ਵਿੱਚ ਇਹ ਸੰਸਾਰ ਦੇ ਨਾਲ ਅਸੀਂ ਜੁੜੇ ਆ। ਬਸ ਕਹਿੰਦੇ ਸਵਾਸਾਂ ਦੇ ਜਾਣ ਦੀ ਦੇਰ ਹੈ। ਦੁਨੀਆ ਦੇ ਵਿੱਚੋਂ ਹਰ ਇੱਕ ਨਾਤਾ ਸਾਡਾ ਖਤਮ ਹੋ ਜਾਣਾ, ਕੋਈ ਵੀ ਰਿਸ਼ਤਾ ਨਾਤਾ ਨਹੀਂ ਰਹਿਣਾ। ਪਰਮੇਸ਼ਰ ਨੇ ਰਹਿਮਤ ਕੀਤੀ ਹੈ, ਕਿਰਪਾ ਕੀਤੀ ਹੈ। ਆ ਤਨ ਦੇਹੀ ਦੇ ਵਿੱਚ ਸਵਾਸ ਪਾਏ ਆ ਪਰਮੇਸ਼ਰ ਨੇ। ਸਵਾਸਾਂ ਦੀ ਪੂੰਜੀ ਦੇ ਕੇ ਮਨੁੱਖ ਨੂੰ ਭੇਜਣਾ ਕੀਤਾ ਸੰਸਾਰ ਦੇ ਵਿੱਚ। ਤੇ ਪਾਤਸ਼ਾਹ ਕਹਿੰਦੇ ਬਸ ਇੱਕ ਗੱਲ ਚੇਤੇ ਰੱਖੀ ਵੀ ਇਹਨਾਂ ਸਵਾਸਾਂ ਨੂੰ ਸਫਲਾ ਕਿਵੇਂ ਕਰਨਾ, ਇਹ ਜ਼ਿੰਦਗੀ ਸਫਲ ਕਿਵੇਂ ਹੋਵੇ। ਦੁਨੀਆ ਵਿੱਚ ਆ ਕੇ ਬੰਦਾ ਸਫਲਤਾ ਹਾਸਲ ਕਰਦਾ ਹੈ, ਬੰਦਾ ਕਹਿੰਦਾ ਮੈਂ ਆਹ ਮੁਕਾਮ ਪਾ ਲਿਆ, ਮੈਂ ਵੱਡੀ ਤਰੱਕੀ ਕਰ ਲਈ। ਸਤਿਗੁਰੂ ਕਹਿੰਦੇ ਨਹੀਂ ਭਾਈ, ਅਸਲ ਵਿੱਚ ਜਿਹੜਾ ਮੁਕਾਮ ਹੈ ਨਾ, ਮੁਕਾਮ ਇੱਕੋ ਹੀ ਹੈ। ਸਾਡਾ ਅਸਲ ਨਿਜ ਘਰ ਜਿਹੜਾ ਹੈ ਪਰਮੇਸ਼ਰ ਦਾ ਘਰ ਹੈ, ਉਹਦੇ ਵਿੱਚ ਅਸੀਂ ਲੀਨ ਹੋਣ ਵਾਸਤੇ ਦੁਨੀਆ ਵਿੱਚ ਆਏ ਹਾਂ। ਆ ਦੁਨੀਆ ਦਾ ਪੰਧ ਮਿਟਾਉਣ ਵਾਸਤੇ, ਦੁਨੀਆ ਦੇ ਵਿੱਚੋਂ ਆ ਆਵਾਗਮਨ ਜਿਹੜਾ ਮਿਟ ਜਾਏ। ਗੁਰਬਾਣੀ ਤੈਨੂੰ ਨਿਜ ਘਰ ਦੇ ਵਿੱਚ ਵਸੇਰਾ ਦੇਗੀ। ਬਸ ਕਹਿੰਦੇ ਫਿਰ ਕਰਨਾ ਕੀ ਹੈ, ਰੱਬ ਦੇ ਘਰ ਦੇ ਵਿੱਚ ਥਾਂ ਮਿਲ ਜਾਏ। ਜ਼ਿੰਦਗੀ ਵਿੱਚ ਬਸ ਇਹ ਇੱਕ ਕਰਮ ਸੋਚ ਕੇ ਚੱਲ। ਪਾਤਸ਼ਾਹ ਕਹਿੰਦੇ ਜ਼ਿੰਦਗੀ ਵਿੱਚ ਇੱਕ ਕਰਮ ਸੋਚ ਕੇ ਚੱਲੀ ਕਿ ਰੱਬ ਦੇ ਘਰੇ ਥਾਂ ਕਿਵੇਂ ਮਿਲੇ। ਫਿਰ ਪਾਤਸ਼ਾਹ ਜੀ ਪਾਵਨ ਬਾਣੀ ਦੇ ਵਿੱਚ ਬੜੀਆਂ ਉਦਾਹਰਨਾਂ ਦਿੰਦੇ ਨੇ। ਮਨਾ ਜੇ ਤੂੰ ਸਫਲਤਾ ਹਾਸਲ ਕਰਨੀ ਹੈ, ਆ ਦੁਨੀਆ ਦੇ ਨਾਲੋਂ ਥੋੜਾ ਥੋੜਾ ਨਾਤਾ ਤੋੜ, ਦੁਨੀਆ ਦੇ ਵਿੱਚ ਰਹਿ, ਦੁਨੀਆ ਦੇ ਨਾਲ ਵਿਚਰ। ਧੀਆਂ ਪੁੱਤਰਾਂ ਦਾ ਵੀ ਖਿਆਲ ਰੱਖ, ਮਾਤਾ ਪਿਤਾ ਦਾ ਵੀ ਖਿਆਲ ਰੱਖ, ਭੈਣ ਭਾਈਆਂ ਦਾ ਵੀ ਖਿਆਲ ਰੱਖ। ਨਗਰ ਦੇ ਵਿੱਚ ਸੰਸਾਰ ਦੇ ਨਾਲ ਜਿੰਨਾ ਚਿਰ ਪ੍ਰਾਣ ਨੇ ਉਹਨਾਂ ਚਿਰ ਜੁੜ, ਪਰ ਇਹ ਨਾ ਕਹਿ ਕੇ ਜੁੜੀ ਬਈ ਸਦਾ ਰਹਿਣਾ ਹੈ। ਇਹ ਕੁਝ ਪਲਾਂ ਦੇ ਲਈ ਰਹਿਣ ਵਸੇਰਾ ਮਿਲਿਆ। ਤੇ ਇਹ ਰਹਿਣ ਵਸੇਰੇ ਵਿੱਚ ਕਹਿੰਦੇ ਇੰਨਾ ਕੁ ਸੁੰਦਰ ਬਣਾ ਕੇ ਜਾਈ, ਜ਼ਿੰਦਗੀ ਨੂੰ ਇੰਨੀ ਕੁ ਸਵਾਰ ਕੇ ਜਾਈ, ਜਿਹੜਾ ਵੀ ਤੈਨੂੰ ਇੱਕ ਵਾਰੀ ਬੰਦਾ ਮਿਲੇ, ਜਿਹੜਾ ਵੀ ਕੋਈ ਮਿਲੇ, ਉਹਦੇ ਦਿਲ ਵਿੱਚ ਖਿੱਚ ਪਵੇ ਵੀ ਦੁਆਰੇ ਫੇਰ ਮੇਰੇ ਨਾਲ ਮਿਲਾਪ ਹੋਵੇ। ਆਪਾਂ ਕਹਿੰਦੇ ਆ ਨਾ, ਜਦੋਂ ਕੋਈ ਚੰਗਾ ਬੰਦਾ ਮਿਲਦਾ ਹੈ ਕਿਸੇ ਨਾਲ, ਅਚਨਚੇਤ ਕਿਸੇ ਬੰਦੇ ਨਾਲ ਜਿਹਦੇ ਨਾਲ ਆਪਣੀ ਜਾਣ ਪਛਾਣ ਵੀ ਕੋਈ ਨਹੀਂ, ਪਹਿਲੀ ਵਾਰ ਹੀ ਮਿਲਿਆ ਹੋਵੇ, ਮਨ ਵਿੱਚ ਹੁੰਦਾ ਹੈ ਕਿ ਰੱਬਾ ਇਹੋ ਜਿਹੇ ਗੁਰਮੁਖ ਦਾ, ਇਹੋ ਜਿਹੇ ਭਲੇ ਚੰਗੇ ਬੰਦੇ ਦਾ ਮੈਨੂੰ ਕਦੇ ਫੇਰ ਵੀ ਮੇਲ ਕਰਾਈ। ਬੜਾ ਚੰਗਾ ਸੁਭਾਅ ਸੀ, ਇਸ ਬੰਦੇ ਵਿੱਚ ਚੰਗਿਆਈਆਂ ਸਨ, ਇਸ ਬੰਦੇ ਦੇ ਵਿੱਚ ਕੁਝ ਨਾ ਕੁਝ ਭਲੇ ਦੇ ਬੋਲ ਸੀ। ਤੇ ਸਤ ਸੰਗਤ, ਸਤਿਗੁਰੂ ਕਹਿੰਦੇ ਇਹ ਜ਼ਿੰਦਗੀ ਦਾ ਇੱਕ ਕਰਮ ਬਣਾ ਲੈ ਵੀ ਦੁਨੀਆ ਵਿੱਚ ਆ ਲਾਹਾ ਖੱਟ ਕੇ ਜਾਣਾ ਹੈ ਸੰਸਾਰ ਦੇ ਵਿੱਚ। ਕਿਉਂਕਿ ਦੁਨੀਆ ਵਿੱਚ ਆਇਆ ਹੀ ਤੂੰ ਲਾਹਾ ਖੱਟਣ ਵਾਸਤੇ ਆ ਪ੍ਰਾਨੀ, ਤੂੰ ਆਇਓ ਲਾਹਾ ਲੈਣ। ਮਹਾਰਾਜ ਤਾਂ ਕਹਿੰਦੇ ਬੰਦਿਆ ਤੂੰ ਦੁਨੀਆ ਤੇ ਆਇਆ ਇੱਕ ਲਾਹਾ ਖੱਟਣ, ਪਰ ਸਤਿਗੁਰੂ ਕਹਿੰਦੇ ਮਨੁੱਖ ਕਹਿੰਦਾ ਜੀ ਮੈਂ ਬਹੁਤ ਲਾਹਾ ਖੱਟ ਲਿਆ ਸੰਸਾਰ ਦੇ ਵਿੱਚ। ਇਹੋ ਜਿਹੇ ਵੀ ਮਨੁੱਖ ਨੇ ਜਿਹੜੇ ਕਹਿੰਦੇ ਆ ਜੀ ਜ਼ਿੰਦਗੀ ਦਾ ਹਰ ਇੱਕ ਆਨੰਦ ਭੋਗ ਕੇ ਵੇਖ ਲਿਆ, ਸੁੱਖ ਭੋਗ ਕੇ ਵੇਖ ਲਿਆ, ਪਰ ਸਤਿਗੁਰੂ ਕਹਿੰਦੇ ਨਹੀਂ, ਇਹ ਸਦੀਵੀ ਸੁੱਖ ਨਹੀਂ ਹੈ, ਇਹ ਕੁਝ ਪਲਾਂ ਦੀਆਂ ਹੀ ਆ, ਇਹ ਖੇਡਾਂ ਕੁਝ ਘੰਟਿਆਂ ਦੀਆਂ ਨੇ, ਦਿਨਾਂ ਦੀਆਂ ਨੇ। ਕਿਉਂਕਿ ਇਹ ਜਿਹੜੀਆਂ ਸੁੱਖ ਸਹੂਲਤਾਂ ਬੰਦਾ ਕਹਿੰਦਾ ਮੈਂ ਮਾਇਆ ਕਮਾ ਲਈ, ਹਾਂ ਮਾਇਆ ਕਮਾਉਣੀ ਮਾੜੀ ਨਹੀਂ, ਘਰ-ਬਾਰ ਬਣਾਉਣਾ, ਧੀਆਂ ਪੁੱਤਰਾਂ ਦੀ ਪਾਲਣਾ ਪੋਸ਼ਣਾ ਕਰਨੀ, ਪਰ ਸਤਿਗੁਰੂ ਕਹਿੰਦੇ ਤੂੰ ਜੁੜਨਾ ਕਿਵੇਂ ਆ ਸੰਸਾਰ ਦੇ ਨਾਲ, ਕਿਵੇਂ ਕਿਵੇਂ ਜੁੜ ਕੇ ਰਹਿਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੱਸਦੇ ਆ ਫਿਰ ਸਾਨੂੰ, ਕਹਿੰਦੇ
ਇੰਨਾ ਕੋ ਕਹਿੰਦੇ ਜੁੜ ਕੇ ਰਹੀਂ ਜਿਵੇਂ ਇੱਕ ਟਾਹਣੀ ਦੇ ਨਾਲ ਇੱਕ ਫਲ ਰਹਿੰਦਾ ਹੈ ਨਾ ਜੁੜ ਕੇ। ਸਾਧ ਸੰਗਤ ਫਲ ਜੁੜ ਕੇ ਰਹਿੰਦਾ ਹੈ। ਇੱਕ ਫਲ ਉਹ ਹੁੰਦਾ ਹੈ, ਸਤਿਗੁਰੂ ਕਹਿੰਦੇ ਜਿਹੜਾ ਜਿੰਨਾ ਚਿਰ ਉਹ ਕੱਚਾ ਹੈ ਜੁੜਿਆ ਟਾਹਣੀ ਦੇ ਨਾਲ, ਟਾਹਣੀ ਦੇ ਨਾਲ ਉਹਨੂੰ ਜੋ ਤੋੜਨ ਦਾ ਆਪਾਂ ਯਤਨ ਕਰੀਏ ਨਹੀਂ ਟੁੱਟ ਸਕਦਾ। ਟਾਹਣੀ ਦੇ ਨਾਲ ਇੰਨਾ ਕੁ ਮਜ਼ਬੂਤੀ ਨਾਲ ਜੁੜਿਆ ਰਹਿੰਦਾ ਹੈ। ਸਤਿਗੁਰੂ ਕਹਿੰਦੇ ਜਿਵੇਂ ਜਿਵੇਂ ਫਲ ਪੱਕਦਾ ਜਾਂਦਾ ਹੈ ਨਾ, ਤੇ ਫਲ ਦੇ ਵਿੱਚ ਰਸ ਭਰਿਆ ਉਹਦੀ ਜ਼ਿੰਦਗੀ ਜਿਹੜੀ ਹੈ ਪਰਿਵਾਰ ਦੇ ਨਾਲ ਜੁੜੀ ਹੈ, ਦਰਖਤ ਦੇ ਨਾਲ। ਕਹਿੰਦੇ ਜਿਵੇਂ ਹੌਲੀ 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 ਉਸ ਦੇ ਵਿੱਚ ਰਸ ਭਰਨਾ ਸ਼ੁਰੂ ਹੋ ਗਿਆ। ਸਤਿਗੁਰੂ ਕਹਿੰਦੇ ਇੱਕ ਨਾ ਇੱਕ ਦਿਨ ਫਿਰ ਕਹਿੰਦੇ ਉਹ ਫਲ ਕਿਰਿਆ, ਫਲ ਕਿਰ ਕੇ ਦਰਖਤ ਦੇ ਨਾਲੋਂ ਆਪਣੇ ਵਜੂਦ ਨੂੰ ਵੱਖ ਕਰ ਲਿਆ। ਨਾ ਤੇ ਕੋਈ ਟਾਹਣੀ ਨੂੰ ਦੁੱਖ ਹੋਇਆ, ਨਾ ਹੀ ਕਹਿੰਦੇ ਟੁੱਟਣ ਵਾਲੇ ਫਲ ਨੂੰ ਕੋਈ ਦੁੱਖ ਹੋਇਆ। ਕਿਉਂ? ਕਿਉਂਕਿ ਦੁਨੀਆ ਦੇ ਵਿੱਚ ਆਇਆ, ਉਹਨੇ ਆਪਣੀ ਜ਼ਿੰਦਗੀ ਵਿੱਚ ਰਸ ਭਰ ਲਿਆ। ਸਤਿਗੁਰੂ ਕਹਿੰਦੇ ਮਣਾ ਓਏ ਇਹ ਦੁਨੀਆ ਜਿਹੜੀ ਹੈ ਨਾ, ਇਹ ਇੱਕ ਦਰਖਤ ਦੀ ਨਿਆਈ ਹੈ। ਆ ਪਰਿਵਾਰ ਇਹਦੀਆਂ ਟਾਹਣੀਆਂ ਨੇ, ਜਿੰਨਾ ਕੁਝ ਮਿਲਿਆ। ਤੇ ਕਿਉਂਕਿ ਸੰਸਾਰ ਹੈ ਜੀਆਂ ਦੇ ਨਾਲ। ਸਤਿਗੁਰੂ ਕਹਿੰਦੇ ਪ੍ਰਾਣੀ ਦੁਨੀਆ ਵਿੱਚ ਆਇਆ, ਆ ਪਰਿਵਾਰ ਮਿਲਿਆ ਤੈਨੂੰ, ਆ ਸੰਸਾਰ ਰੂਪੀ ਦਰਖਤ ਹੈ, ਆ ਇਹਦੀਆਂ ਟਾਹਣੀਆਂ ਮਿਲੀਆਂ ਨੇ ਤੈਨੂੰ। ਰੱਬ ਨੇ ਮਾਤਾ ਪਿਤਾ ਦੇ ਸੰਜੋਗ ਕਰਕੇ ਸਾਡਾ ਜਨਮ ਹੋਇਆ। ਜਨਮ ਤੋਂ ਬਾਅਦ ਜਿਵੇਂ ਜਿਵੇਂ ਤੂੰ ਜ਼ਿੰਦਗੀ ਲੰਘਾਈ, ਸਤਿਗੁਰੂ ਕਹਿੰਦੇ ਬਚਪਨ ਸੀ, ਬਾਲਪਨ ਬੀਤਿਆ ਤੇਰਾ। ਬਾਲਪਨ ਦੇ ਵਿੱਚ ਕਹਿੰਦੇ ਜੇ ਤੂੰ ਕਿਤੇ ਰੱਬ ਨਾਲ ਜੁੜ ਜਾਂਦਾ, ਤੇਰੀ ਜ਼ਿੰਦਗੀ ਵਿੱਚ ਰਸ ਭਰਨਾ ਸ਼ੁਰੂ ਹੋ ਜਾਂਦਾ। ਤੇ ਸਾਧ ਸੰਗਤ ਜੀ, ਤੇ ਫਿਰ ਕਈ ਵਾਰ ਜ਼ਿੰਦਗੀ ਵਿੱਚ ਐਸੇ ਝੱਖੜ ਆਉਂਦੇ ਆ, ਕਈ ਫਲ ਕੱਚੇ ਵੀ ਟੁੱਟ ਜਾਂਦੇ ਆ, ਮੁੜ ਕੇ ਟਾਹਣੀ ਨਹੀਂ ਹਾਸਲ ਹੁੰਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਦੇ ਵਿੱਚੋਂ ਅਸਲ ਜ਼ਿੰਦਗੀ ਜਿਹੜੀ ਹੈ ਨਾ ਸਾਧ ਸੰਗਤ, ਜਿਨ੍ਹਾਂ ਨੇ ਤੇ ਰੱਬ ਦੀ ਬੰਦਗੀ ਭਜਨ ਕਰਕੇ ਗਿਆ, ਸੇਵਾ ਸਿਮਰਨ ਕਰਕੇ ਗਿਆ, ਭਾਵ ਫਲ ਪੱਕ ਗਿਆ। ਤੇ ਫਲ ਜਦੋਂ ਕੱਚਾ ਟੁੱਟ ਜਾਂਦਾ ਹੈ ਨਾ ਟਾਹਣੀ ਦੇ ਨਾਲੋਂ, ਦਰਖਤ ਨੂੰ ਵੀ ਪਤਾ ਲੱਗਦਾ ਹੈ। ਦਰਖਤ ਨੂੰ ਵੀ ਜਿਹੜਾ ਇੱਕ ਵਾਰੀ ਕੋਈ ਕੱਚੇ ਫਲ ਨੂੰ ਤੋੜਾਂਗੇ, ਉਹ ਦਰਖਤ ਦੀਆਂ ਟਾਹਣੀਆਂ ਹਲਦੀਆਂ ਨੇ। ਕੱਚਾ ਫਲ ਉਹ ਬਹੁਤਾ ਦਰਖਤ ਨੂੰ ਵੀ ਦੁੱਖ ਨਹੀਂ ਦਿੰਦਾ। ਸਾਧ ਸੰਗਤ ਭਾਵ ਜਦੋਂ ਤੱਕ ਕੋਈ ਸੰਸਾਰ ਦੇ ਵਿੱਚੋਂ ਆਪਣੀ ਸੋਹਣੀ ਜ਼ਿੰਦਗੀ ਜਿਉਂ ਕੇ ਜਾਂਦਾ ਹੈ। ਕਬੀਰ ਸਾਹਿਬ ਕਹਿੰਦੇ ਸੰਤ ਮੂਏ ਕਿਆ ਰੋਈਐ। ਕਹਿੰਦੇ ਜਦੋਂ ਕੋਈ ਰੱਬ ਦੇ ਪਿਆਰੇ ਦੁਨੀਆ ਵਿੱਚੋਂ ਜਾਂਦੇ ਨੇ, ਦੁਨੀਆ ਤਾਹਾਂ ਮਾਰਦੀ ਹੈ, ਪਰ ਕਬੀਰ ਸਾਹਿਬ ਕਹਿੰਦੇ ਦੁਨੀਆ ਦੇ ਲੋਕੋ ਰੋਵੋ ਨਾ। ਕਹਿੰਦੇ ਕਿਉਂ? ਕਿਉਂਕਿ ਜਦੋਂ ਕੋਈ ਆਪਣਾ ਪਿਆਰਾ ਦੁਨੀਆ ਵਿੱਚੋਂ ਵਿਛੜਦਾ, ਸਾਧ ਸੰਗਤ ਵਿਛੋੜੇ ਦਾ ਦੁੱਖ ਬਾਣੀ ਵਿੱਚ ਸਭ ਤੋਂ ਪਹਿਲਾਂ ਵੱਡਾ ਦੁੱਖ ਹੈ ਵਿਛੋੜੇ ਦਾ। ਵਿਛੋੜਾ ਕਿਸੇ ਵੀ ਚੀਜ਼ ਦਾ ਪੈਂਦਾ ਹੈ, ਭਾਵੇਂ ਸਾਡੇ ਵਿਚਕਾਰ ਬਜ਼ੁਰਗ ਚਲੇ ਜਾਂਦੇ ਆ, ਪਰਿਵਾਰ ਵੀ ਪਿੱਛੇ ਬਹੁਤ ਵੱਡਾ, ਪਰ ਇੱਕ ਵਾਰੀ ਜ਼ਰੂਰ ਸਾਧ ਸੰਗਤ ਜੀ ਬੰਦੇ ਦੇ ਮਨ ਵਿੱਚ ਵਿਛੋੜੇ ਦਾ ਦੁੱਖ ਖੜਾ ਹੋ ਜਾਂਦਾ ਹੈ। ਪਰ ਕਬੀਰ ਸਾਹਿਬ ਕਹਿੰਦੇ ਉਹ ਨਹੀਂ, ਜਿਹੜੇ ਰੱਬ ਦੇ ਪਿਆਰੇ ਆਪਣੀ ਉਮਰ ਭੋਗ ਕੇ ਗਏ ਆ, ਜਿਹੜੇ ਆਪਣੇ ਬੱਚਿਆਂ ਨੂੰ ਵੀ ਸੋਹਣੀ ਜ਼ਿੰਦਗੀ ਦੇ ਕੇ ਗਿਆ, ਤੇ ਕੁਝ ਸਮਾਜ ਦੇ ਲਈ ਵੀ ਕਰਕੇ ਗਿਆ, ਕੁਝ ਆਪਣੇ ਭਲੇ ਦੇ ਲਈ, ਕਿਸੇ ਦੇ ਭਲੇ ਦੇ ਲਈ ਆਪਣੀ ਜ਼ਿੰਦਗੀ ਵੀ ਜਿਉਂ ਕੇ ਗਿਆ। ਕਹਿੰਦੇ ਉਹਨਾਂ ਨੂੰ ਰੋਵੋ ਨਾ। ਕਹਿੰਦੇ ਕਿਉਂ? ਕਬੀਰ ਸਾਹਿਬ ਕਹਿੰਦੇ ਕਬੀਰ ਸੰਤ ਮੂਏ ਕਿਆ ਰੋਈਐ। ਕਹਿੰਦੇ ਉਹਨਾਂ ਨੂੰ ਰੋਇਓ ਨਾ। ਕਹਿੰਦੇ ਜੀ ਕਿਉਂ? ਕਹਿੰਦੇ ਜੋ ਆਪਣੇ ਗ੍ਰਹਿ ਜਾਏ ਉਹਨਾਂ ਨੂੰ ਨਾ ਰੋਵੋ। ਉਹ ਜੇ ਰੋਣਾ ਹੈ ਇਹੋ ਜੇ ਬੰਦੇ ਨੂੰ ਰੋਇਓ ਜਿਹੜਾ ਬੰਦਾ ਦੁਨੀਆ ਦੇ ਉੱਤੇ ਪਾਪ ਕਰਮ ਕਰਕੇ ਗਿਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਰੋਵੋ ਸਾਕਤ ਵਾਪਰੇ। ਕਹਿੰਦੇ ਸਾਕਤ ਪੁਰਸ਼ ਨੂੰ ਰੋਵੋ ਜਿਹੜੇ ਨੇ ਆਪਣੀ ਜ਼ਿੰਦਗੀ ਵਿੱਚ ਕਿਸੇ ਦਾ ਭਲਾ ਹੀ ਨਹੀਂ ਕੀਤਾ।
ਜਿਹੜਾ ਦੁਨੀਆ ਦਾ ਭਲਾ ਤਾਂ ਛੱਡੋ, ਇਹੋ ਜਿਹੇ ਵੀ ਹੈ ਸਾਧ ਸੰਗਤ ਜਿਨ੍ਹਾਂ ਨੂੰ ਪਰਿਵਾਰ ਵੀ ਕਹਿੰਦਾ ਹੈ ਚਲਿਆ ਗਿਆ ਜ਼ਿੰਦਗੀ ਦੇ ਵਿੱਚੋਂ, ਇਸ ਬੰਦੇ ਨੇ ਸਾਰੀ ਜ਼ਿੰਦਗੀ ਸਾਨੂੰ ਦੁੱਖ ਦਿੱਤਾ, ਇੱਥੋਂ ਤੱਕ ਪਰਿਵਾਰ ਕਹਿਣ ਤੇ ਮਜਬੂਰ ਹੈ। ਮਹਾਰਾਜ ਕਹਿੰਦੇ ਰੋਵੋ ਸਾਕਤ ਵਾਪਰੇ, ਜੋ ਹੱਟ ਹੈ ਹਾਟ ਬਕਾਏ। ਕਹਿੰਦੇ ਉਹਨਾਂ ਨੂੰ ਰੋਵੋ, ਓਏ ਰੋਣਾ ਉਹਨਾਂ ਨੂੰ ਬਣਦਾ ਹੈ, ਉਹਨਾਂ ਨੂੰ ਕਦੇ ਨਾ ਰੋਵੋ। ਪਰ ਸਾਧ ਸੰਗਤ ਜੀ ਜਿਹੜਾ ਅੰਦਰ ਦਾ ਬਿਰਹੋਂ ਦਾ ਰੋਣਾ ਹੈ, ਸਾਧ ਸੰਗਤ ਉਹਨਾਂ ਦੇ ਲਈ ਵਿਛੋੜੇ ਦਾ ਦੁੱਖ ਅਤਿਅੰਤ ਵੱਡਾ ਬਣ ਜਾਂਦਾ ਹੈ। ਸਤਿਗੁਰੂ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਦੂਜਾ ਭੁੱਖ ਦਾ ਦੁੱਖ ਹੈ, ਇੱਕ ਦੁੱਖ ਸਖਤ ਬਾਰ ਜਮਦੂਤ, ਇੱਕ ਦੁੱਖ ਰੋਗ ਲੱਗਾ ਤਨ ਧਾਏ ਬੈਦ ਨਾ ਭੋਲੇ ਦਾਰੂ ਲਾਏ। ਇਸ ਸੰਸਾਰ ਵਿੱਚ ਆਉਣ ਵਾਲੇ ਦੁੱਖਾਂ ਦੀ ਗੱਲ ਸਤਿਗੁਰੂ ਨੇ ਕੀਤੀ। ਸਭ ਤੋਂ ਪਹਿਲਾਂ ਦੁੱਖ ਵਿਛੋੜਾ, ਵਿਛੋੜੇ ਦਾ ਦੁੱਖ। ਸੰਸਾਰ ਦੇ ਵਿੱਚ ਸਾਧ ਸੰਗਤ ਜੀ ਬੜਾ ਔਖਾ ਹੈ। ਦੁਨੀਆ ਦੇ ਵਿੱਚੋਂ ਜਦੋਂ ਕੋਈ ਜਾਂਦਾ ਹੈ ਬੜਾ ਔਖਾ ਹੈ, ਸੰਸਾਰ ਦੇ ਵਿੱਚੋਂ ਜ਼ਿੰਦਗੀ ਭੋਗਣਾ। ਤੇ ਸਾਧ ਸੰਗਤ ਜੀ ਜਦੋਂ ਕੋਈ ਆਪਣਾ ਪਿਆਰਾ ਵਿਛੜਦਾ ਹੈ, ਜਦੋਂ ਕੋਈ ਆਪਣਾ ਪਿਆਰਾ ਜਾਂਦਾ ਹੈ ਨਾ ਦੁਨੀਆ ਦੇ ਵਿੱਚੋਂ, ਫਿਰ ਪਤਾ ਲੱਗਦਾ ਹੈ। ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਪਾਵਨ ਬਾਣੀ ਕਹਿੰਦੀ ਆ ਉਦੋਂ ਪਤਾ ਲੱਗਦਾ ਹੈ ਵਿਛੋੜੇ ਦਾ। ਮੌਤ ਬਾਰੇ ਸੁਣਨਾ, ਮੌਤ ਬਾਰੇ ਸੁਣਾਉਣਾ ਬਹੁਤ ਸੌਖਾ ਹੈ। ਅੱਜ ਆਪਾਂ ਆਏ ਆ, ਇਕੱਠੇ ਹੋਏ ਆ, ਅਸੀਂ ਮੌਤ ਬਾਰੇ ਤੁਹਾਨੂੰ ਸੁਣਾ ਦਾਂਗੇ, ਭਾਵੇਂ 5 ਘੰਟੇ ਸੁਣੋ। ਗੁਰਬਾਣੀ ਵਿੱਚ ਇੰਨੇ ਪ੍ਰਵਾਨ ਨੇ ਮੌਤ ਦੇ ਪ੍ਰਥਾਏ, ਇੰਨਾ ਇਤਿਹਾਸ ਹੈ ਬੈਰਾਗ ਦਾ, ਮੌਤ ਦਾ। ਪਰ ਸਾਧ ਸੰਗਤ ਜੀ ਜਦੋਂ ਕਿਸੇ ਦੇ ਘਰ ਮੌਤ ਆਉਂਦੀ ਹੈ, ਪਤਾ ਉਦੋਂ ਲੱਗਦਾ ਹੈ ਬਈ ਮੌਤ ਦਾ ਦੁੱਖ ਕੀ ਸੀ, ਵੀ ਮੌਤ ਹੈ ਕਿ ਇਹ ਪਤਾ ਉਦੋਂ ਲੱਗਣਾ ਹੈ ਜਿਸ ਦੇ ਘਰ ਵਿੱਚ ਇਹ ਮੌਤ ਜਾਂਦੀ ਹੈ, ਉਹਨੂੰ ਪਤਾ ਲੱਗਦਾ ਹੈ। ਪਰ ਪਾਤਸ਼ਾਹ ਕਹਿੰਦੇ ਮੌਤ ਦੇ ਦੁੱਖ ਤੋਂ ਵੀ ਬਚਿਆ ਜਾ ਸਕਦਾ ਹੈ, ਇਸ ਦੁੱਖ ਤੋਂ ਵੀ ਬਚਿਆ ਜਾ ਸਕਦਾ ਹੈ। ਸਤਿਗੁਰੂ ਕੋਈ ਐਸਾ ਵੀ ਰਸਤਾ ਮਾਰਗ ਹੈ ਜਿਹੜਾ ਮੌਤ ਤੋਂ ਵੀ ਬਚਾ ਸਕਦਾ ਹੈ? ਸਤਿਗੁਰੂ ਕਹਿੰਦੇ ਹਾਂ। ਉਹ ਕਹਿੰਦੇ ਮੌਤ ਮਾਰਗ ਹੈ, ਮੌਤ ਕੋਈ ਭੈਦਾਇਕ ਚੀਜ਼ ਨਹੀਂ। ਦੁੱਖ ਮੌਤ ਦਾ ਨਹੀਂ, ਦੁੱਖ ਵਿਛੋੜੇ ਦਾ ਹੁੰਦਾ ਹੈ। ਦੁੱਖ ਬਹੁਤਾ ਵਿਛੋੜੇ ਦਾ ਲੱਗਦਾ ਹੈ। ਸਤਿਗੁਰੂ ਕਹਿੰਦੇ ਜਿਹੜੀ ਮੌਤ ਹੈ ਨਾ, ਮੌਤ ਤਾਂ ਇੱਕ ਮਾਰਗ ਹੈ, ਮੌਤ ਤਾਂ ਇੱਕ ਰਸਤਾ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ 9ਵੇਂ ਸਤਿਗੁਰੂ ਕਹਿੰਦੇ ਇਹ ਭਾਈ ਜਿਹੜੀ ਇਹਦੀ ਚਿੰਤਾ ਨਾ ਕਰ, ਇਹ ਜਿਹੜੀ ਮੌਤ ਹੈ ਨਾ, ਇਹੋ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਜੋ ਉਪਜੋ ਸੋ ਬਿਨਸ ਹੈ, ਪਰੋ ਆਜ ਕੈ ਕਾਲ। ਕਹਿੰਦੇ ਜਿਹੜੀ ਚੀਜ਼ ਪੈਦਾ ਹੋਈ ਹੈ, ਪਾਤਸ਼ਾਹ ਕਹਿੰਦੇ ਇਹਨੇ ਜਾਣਾ ਹੈ, ਇਹਨੇ ਇੱਕ ਨਾ ਇੱਕ ਦਿਨ ਵਿਛੜਨਾ ਹੀ ਵਿਛੜਨਾ ਹੈ। ਜੋ ਉਪਜੋ, ਜਿਹੜੀ ਚੀਜ਼ ਪੈਦਾ ਹੋਈ ਹੈ ਸੋ ਬਿਨਸ ਹੈ, ਇੱਕ ਦਿਨ ਇਹਦਾ ਜਿਹੜਾ ਸਮਾਂ ਆਉਂਦਾ ਹੈ ਢਹਿਣਾ ਹੀ ਢਹਿਣਾ, ਇਹਨੇ ਖਤਮ ਹੋਣਾ ਹੀ ਹੋਣਾ। ਇਸ ਕਰਕੇ ਸਾਧ ਸੰਗਤ ਇਹ ਜ਼ਿੰਦਗੀ ਦਾ ਲਾਹਾ ਹੈ। ਪ੍ਰਾਨੀ ਤੂੰ ਆਇਓ ਲਾਹਾ ਲੈਣ, ਕੋਈ ਪਤਾ ਨਹੀਂ ਕਦੋਂ ਸਵਾਸ ਮੁੱਕ ਜਾਣੇ ਨੇ। ਜ਼ਿੰਦਗੀ ਦਾ ਕਿਹੜਾ ਕਿਸੇ ਦਾ ਮੇਲ, ਅੱਜ ਆਪਾਂ ਇਕੱਠੇ ਹੋਏ ਆ, ਪਤਾ ਨਹੀਂ ਇਹਨਾਂ ਵਿੱਚੋਂ ਕਿੰਨਿਆਂ ਨੇ ਵਿਛੜ ਜਾਣਾ, ਮੁੜ ਕੇ ਮਿਲਣਾ ਕਿ ਨਹੀਂ ਮਿਲਣਾ। ਆਖਰੀ ਜਿਹੜਾ ਮਿਲਾਪ ਹੋਵੇ ਕਿਹੜੀ ਜਗ੍ਹਾ ਬੰਦੇ ਦੀ ਅਖੀਰਲੀ ਜਗ੍ਹਾ ਬਣ ਜਾਂਦੀ ਹੈ, ਇਹ ਕੋਈ ਪਤਾ ਨਹੀਂ ਲੱਗਦਾ। ਮੌਤ ਦਾ ਕਦੇ ਵਿਸਾਹ ਨਾ ਕਰੀ, ਮੌਤ ਦਾ ਕਦੇ ਭਰੋਸਾ ਨਾ ਕਰੀ। ਸਤਿਗੁਰੂ ਕਹਿੰਦੇ ਇਹ ਮੌਤ ਜਿਹੜੀ ਹੈ ਕੋਈ ਪਤਾ ਨਹੀਂ ਕਦੋਂ, ਇਹਨੇ ਨਹੀਂ ਲਿਹਾਜ਼ ਕਰਨੀ, ਇਹਨੇ ਤਾਂ ਪਾਤਸ਼ਾਹ ਮਹਾਰਾਜ ਕਹਿੰਦੇ ਭਾਈ ਇਹ ਤਾਂ ਜਦੋਂ ਆ ਗਈ ਨਾ, ਨਹਿ ਬਾਰਕ ਨਹਿ ਜੋਬਨੈ ਨਹਿ ਬਿਰਦੀ ਕਛ ਬੰਦ, ਉਹ ਬੇਰਾ ਨਹਿ ਬੂਝੀਐ ਜੋ ਆਏ ਪਰੈ ਜਮ ਫੰਦ। ਕੋਈ ਪਤਾ ਨਹੀਂ ਟਾਹਣੀ ਦੇ ਨਾਲੋਂ ਕੱਚੇ ਫਲ ਨੂੰ ਤੋੜ ਕੇ ਲੈ ਜਾਏ ਤੇ ਪੱਕੇ ਦੀ ਤੇ ਸੁਭਾਵਨਾ ਹੁੰਦੀ ਹੈ, ਨਾ ਤੋੜਾਂਗੇ ਤੇ ਕੱਚੇ ਪੱਕੇ ਫਲ ਨੇ ਆਪੇ ਡਿੱਗ ਕੇ ਧਰਤੀ ਤੇ ਡਿੱਗ ਪੈਣਾ ਹੈ, ਟਾਹਣੀ ਦੇ ਨਾਲੋਂ ਟੁੱਟਣਾ ਪੈਣਾ ਹੈ।
ਨਹਿ ਬਿਰਦੀ ਕੱਛ ਬੰਦ, ਕਹਿੰਦੇ ਵਡੇਪੇ ਵੇਲੇ ਤਾਂ ਭਾਈ ਇਹ ਤਾਂ ਕਿਸੇ ਦੇ ਕੋਲ ਚਾਰਾ ਹੀ ਹੈ ਨਹੀਂ ਹੈ ਬਈ ਉਹ ਜੁੜ ਸਕੇ। ਸਤਿਗੁਰੂ ਕਹਿੰਦੇ ਪਰ ਜਿਹੜਾ ਹੈ ਨਾ ਬਾਲਪਨ ਆਉਂਦਾ ਹੈ, ਤਿੰਨ ਅਵਸਥਾ ਨੇ ਜ਼ਿੰਦਗੀ ਦੀਆਂ, ਬਾਲ ਜਵਾਨੀ ਅਰ ਬਿਰਧ ਫੁਣ, ਤੀਨ ਅਵਸਥਾ ਜਾਣ। ਕਹਿੰਦੇ ਤਿੰਨੇ ਅਵਸਥਾ ਆਉਂਦੀਆਂ ਨੇ ਮਨੁੱਖ ਤੇ। ਬਾਲਪਨ ਆਉਂਦਾ ਜ਼ਿੰਦਗੀ ਦੇ ਵਿੱਚ, ਇਹ ਵੀ ਦੁੱਖਾਂ ਦਾ ਹੀ ਹੈ। ਜਿਹੜਾ ਬਾਲਪਨ ਉਮਰ ਆਈ ਹੈ ਸਾਡੇ ਤੇ, 12 ਬਰਸ ਬਾਲਪਨ ਬੀਤੇ, 12 ਸਾਲ ਦੀ ਉਮਰ ਤੱਕ ਕਹਿੰਦੇ ਬੰਦੇ ਦੇ ਉੱਤੇ ਬਾਲਪਨਾ ਬੀਤਿਆ, ਉਦੋਂ ਵੀ ਇਹ ਕਿਸੇ ਦੇ ਅਧੀਨ ਹੈ। ਹੁਣ ਉਹ ਜਿੱਦ ਕਰਦਾ ਹੈ, ਬਾਲਪਨ ਦੀ ਉਮਰ ਦੇ ਵਿੱਚ ਬੱਚਾ ਜਿੱਦ ਕਰਦਾ ਹੈ ਬਈ ਆਹ ਕਿਸੇ ਚੀਜ਼ ਦੇ ਉੱਤੇ ਉਹ ਜਿੱਦ ਕਰਦਾ ਹੈ ਮੈਂ ਹਾਸਲ ਕਰਾਂ, ਪਰ ਉਹ ਚੀਜ਼ ਉਹਦੇ ਹਾਸਲ ਕਰਨ ਵਾਲੀ ਨਹੀਂ ਹੁੰਦੀ, ਜਿੱਦ ਕਰਕੇ ਫੇਰ ਬਹਿ ਜਾਂਦਾ, ਹਾਸਲ ਫੇਰ ਵੀ ਨਹੀਂ ਹੁੰਦੀ। ਬਾਲਪਨ ਜਿਹੜੀ ਉਮਰ ਹੈ ਸਤਿਗੁਰੂ ਕਹਿੰਦੇ ਉਹ ਮਾਂ ਪਿਓ ਦੇ ਅਧੀਨ ਵਿੱਚ ਹੈ। ਸਤਿਗੁਰੂ ਕਹਿੰਦੇ ਜਿਹੜੀ ਜਵਾਨੀ ਹੈ ਫਿਰ ਇਹ ਬਾਲਪਨ ਉਮਰ ਨੂੰ ਜਵਾਨੀ ਖਾਣ ਲੱਗ ਜਾਂਦੀ ਹੈ। ਜਦੋਂ ਜਵਾਨ ਅਵਸਥਾ ਹੁੰਦੀ ਹੈ ਨਾ ਜੀ, ਬਾਲਪਨ ਉਮਰ ਨੂੰ ਜਵਾਨੀ ਖਾ ਜਾਂਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਉਦੋਂ ਫਿਰ ਇਹ ਜਿਹੜਾ ਹੈ ਇਹ ਫੇਰ ਜਵਾਨੀ ਵਿੱਚ ਫੇਰ ਕਿਸੇ ਦੇ ਅਧੀਨ ਹੋ ਜਾਂਦਾ ਹੈ। ਉਦੋਂ ਪਹਿਲਾਂ ਇਹ ਪਾਤਸ਼ਾਹ ਕਹਿੰਦੇ ਆਪਣੇ ਆਪ ਇਹਦਾ ਬਲ ਨਹੀਂ ਹੈ। ਬਾਲਪਨ ਦੇ ਵਿੱਚ ਇਹਦੇ ਉੱਤੇ ਜੋਬਨ ਆਇਆ, ਜਵਾਨੀ ਆਈ। ਪਾਤਸ਼ਾਹ ਕਹਿੰਦੇ ਸਤਿਗੁਰੂ ਕਹਿੰਦੇ ਜਵਾਨੀ ਰੂਪੀ ਰਾਤ ਆਉਂਦੀ ਹੈ ਨਾ ਜਦੋਂ ਜ਼ਿੰਦਗੀ ਵਿੱਚ, ਜਵਾਨੀ ਰੂਪੀ ਉਹ ਕਹਿਰ ਦੀ ਰਾਤ ਹੈ, ਜਿਹੜੀ ਰਾਤ ਦੇ ਵਿੱਚ ਪਾਤਸ਼ਾਹ ਮਹਾਰਾਜ ਕਹਿੰਦੇ ਇਸ ਤਨ ਦੇ ਉੱਤੇ ਕਹਿੰਦੇ 5 ਚੋਰ ਆ ਕੇ ਚੁੰਬੜ ਜਾਂਦੇ ਆ। ਜਵਾਨ ਅਵਸਥਾ ਹੁੰਦੀ ਹੈ ਜਦੋਂ। ਸਤਿਗੁਰੂ ਕਹਿੰਦੇ ਜਦੋਂ ਜਵਾਨੀ ਦੀ ਰਾਤ ਆਈ, ਇਹਨੂੰ ਪਾਤਸ਼ਾਹ ਕਹਿੰਦੇ 5 ਚੋਰ ਲੁੱਟਣ ਵਾਸਤੇ ਆ ਗਏ, ਤੇ ਬੰਦਾ ਹੁਣ ਸੁੱਤਾ ਪਿਆ, ਰਾਤ ਦੇ ਸਮੇਂ ਬੰਦਾ ਸੁੱਤਾ ਤੇ ਚੋਰ ਚੋਰੀ ਕਰਕੇ ਲੈ ਗਏ, ਇਹਨੂੰ ਨਹੀਂ ਪਤਾ ਲੱਗਿਆ। ਸਾਧ ਸੰਗਤ ਪਾਤਸ਼ਾਹ ਕਹਿੰਦੇ ਇਹਨੂੰ 5 ਚੋਰ ਚੁੰਬੜ ਗਏ। ਉਹ ਕਿਹੜੇ ਨੇ? ਸਭ ਤੋਂ ਪਹਿਲਾਂ ਪਾਤਸ਼ਾਹ ਨੇ ਵਰਤਿਆ ਬਚਨ ਕਾਮ। ਜਵਾਨੀ ਵਿੱਚ ਸਭ ਤੋਂ ਪਹਿਲਾ ਚੋਰ ਹੈ ਕਾਮ। ਬੰਦਾ ਕਾਮ ਦੇ ਵਸ ਆ ਜਾਂਦਾ ਹੈ, ਫਿਰ ਕ੍ਰੋਧ ਦੇ ਵਸ ਆ ਜਾਂਦਾ ਹੈ, ਫਿਰ ਲੋਭ ਦੇ ਵਸ ਆ ਜਾਂਦਾ ਹੈ। ਪਾਤਸ਼ਾਹ ਕਹਿੰਦੇ ਫਿਰ ਹੰਕਾਰ ਦੇ ਮੋਹ ਦੇ ਵਸ ਵਿੱਚ ਆ ਜਾਂਦਾ ਹੈ। ਇਹ ਬੰਦਾ ਫਿਰ ਕਿਸੇ ਦੇ ਅਧੀਨ ਹੋ ਜਾਂਦਾ ਹੈ। ਇਹ ਤੋਂ ਫਿਰ ਵੀ ਜਿਹੜਾ ਮਰਤਬਾ ਜਿਹੜਾ ਰੱਬ ਨੇ ਜਿਹੜੇ ਕੰਮ ਲਈ ਭੇਜਿਆ ਉਹ ਫਿਰ ਵੀ ਨਹੀਂ ਹੋਇਆ। ਸਤਿਗੁਰੂ ਕਹਿੰਦੇ ਇਹ ਬੰਦੇ ਦੇ ਉੱਤੇ ਫਿਰ ਜਦੋਂ ਇਹ 5 ਜਿਹੜੇ ਚੋਰ ਨੇ, ਇਸ ਦੇਹੀ ਅੰਦਰ 5 ਚੋਰ ਵਸੈ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰਾ। ਕਹਿੰਦੇ ਪਤਾ ਕੀ ਹੁੰਦਾ ਜੀ, ਜਦੋਂ ਬੰਦਾ ਜਵਾਨੀ ਰੂਪੀ ਰਾਤ ਦੇ ਹਨੇਰੇ ਵਿੱਚ ਸੁੱਤਾ ਪਿਆ ਹੈ ਨਾ, ਜਿਹੜਾ ਬੱਚਾ ਜਵਾਨੀ ਦੇ ਰਾਤ ਆਉਂਦੀ ਹੈ, ਜਿਹੜੀ ਆ ਜਵਾਨੀ ਆਉਣੀ, ਸਤਿਗੁਰੂ ਕਹਿੰਦੇ ਫਿਰ ਉਹ ਲੁੱਟੇ ਜਾਂਦੇ ਨੇ। ਉਹ ਬੱਚੇ ਨਸ਼ਿਆਂ ਵਿੱਚ ਪੈ ਕੇ ਆਪਣੀ ਜ਼ਿੰਦਗੀ ਗਰਕ ਕਰ ਲੈਂਦੇ ਨੇ। ਉਹਨਾਂ ਨੂੰ ਆ 5 ਚੋਰ ਗਰਸਦੇ ਨੇ ਤਾਂ ਉਹ ਨਸ਼ਿਆਂ ਵੱਲ ਜਾਂਦੇ ਆ। ਸਤਿਗੁਰੂ ਕਹਿੰਦੇ ਇਹਨੇ ਆਪਣਾ ਜੀਵਨ ਵਿਰਥਾ ਗਵਾ ਲਿਆ। 12 ਬਰਸ ਬਾਲਪਨ ਬੀਤੇ, 30 ਵਰਸ਼ ਕਛ ਤਪ ਨ ਕੀਓ, 20 ਵਰਸ਼ ਕਛ ਤਪ ਨ ਕੀਓ। ਕਹਿੰਦੇ ਬਾਲਪਨ ਤੋਂ ਲੈ ਕੇ ਜਵਾਨੀ ਆ ਗਈ, 20 ਸਾਲ ਦੀ ਉਮਰ ਹੋ ਗਈ। ਸਤਿਗੁਰੂ ਕਹਿੰਦੇ ਰੱਬ ਕਿੱਥੇ? ਜਵਾਨੀ ਵਿੱਚ ਕੋਈ ਵਿਰਲਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਜਿਹਨੂੰ ਜਵਾਨੀ ਵਿੱਚ ਰੱਬ ਯਾਦ ਹੋਵੇ, ਨਹੀਂ ਯਾਦ ਆਉਂਦਾ, ਕਿਉਂਕਿ ਜਵਾਨੀ ਰੂਪੀ ਰਾਤ ਸੀ, ਇਹਦੇ ਵਿੱਚ ਇਹਨੂੰ ਪਤਾ ਹੀ ਨਹੀਂ ਲੱਗਿਆ। ਇਹ 5 ਚੋਰਾਂ ਨੇ, ਪਾਤਸ਼ਾਹ ਮਹਾਰਾਜ ਕਹਿੰਦੇ ਇਹਦੇ ਵਿੱਚੋਂ ਚੰਗਾ ਸੁਭਾਅ ਸੀ ਜਿਹੜਾ ਮਾਂ ਪਿਓ ਦੀ ਅੱਖ ਦੀ ਘੂਰ ਤੋਂ ਡਰਦਾ ਸੀ ਬਾਲਪਨ, ਉਹ ਜਵਾਨੀ ਵਿੱਚ ਨਹੀਂ ਡਰਦਾ, ਉੱਥੇ ਨਹੀਂ ਡਰਦਾ ਉਹ। ਸਤਿਗੁਰੂ ਕਹਿੰਦੇ ਫਿਰ ਕਹਿੰਦੇ ਇਹਦੇ ਜੋਬਨ ਦੇ ਰੁੱਤੇ ਬੜਾ, ਕਹਿੰਦੇ ਇਹਦੇ ਮਨ ਦੇ ਵਿੱਚ ਬੜੇ ਬਲਬਲੇ, ਤ੍ਰਿਸ਼ਨਾ ਹੋਰ ਵੱਧ ਜਾਂਦੀ ਹੈ। ਪਾਤਸ਼ਾਹ ਕਹਿੰਦੇ ਫਿਰ ਸਮਾਂ ਆਉਂਦਾ ਹੈ, ਜਿਵੇਂ ਜਿਵੇਂ ਫਿਰ ਅਧੀਨ ਹੋ ਜਾਂਦਾ ਹੈ। ਇਸਤਰੀ ਪੁਰਸ਼ ਦੇ ਅਧੀਨ ਹੋ ਜਾਂਦੀ ਹੈ, ਪੁਰਸ਼ ਇਸਤਰੀ ਦੇ ਅਧੀਨ, ਫਿਰ ਇਹ ਕਿਸੇ ਦੇ ਅਧੀਨ ਚਲਿਆ ਗਿਆ। ਬਾਲਪਨ ਵੀ ਅਧੀਨ ਗਈ, ਫਿਰ ਜਵਾਨੀ ਵੀ ਅਧੀਨ ਗਈ। ਪਾਤਸ਼ਾਹ ਕਹਿੰਦੇ ਫਿਰ ਜਵਾਨ ਅਵਸਥਾ ਵਿੱਚ ਮਹਾਰਾਜ ਕਹਿੰਦੇ ਤੈਨੂੰ ਜਗਾਉਂਦੇ ਆ, ਉਹ ਬਾਣੀ ਤੈਨੂੰ ਹਲੂਣਾ ਦਿੰਦੀ ਹੈ।
ਇਹ ਕਹਿੰਦੇ ਜ਼ਿੰਦਗੀ ਜਿਹੜੀ ਹੈ ਨਾ, ਇਹ ਕਹਿੰਦੇ ਇੱਕ ਹੜ ਹੈ, ਸਮੁੰਦਰ ਹੈ, ਵਿਕਾਰਾਂ ਦਾ ਭਰਿਆ ਹੋਇਆ ਸਮੁੰਦਰ ਹੈ। ਵਿਕਾਰਾਂ ਦੇ ਸਮੁੰਦਰ ਦੇ ਵਿੱਚ ਕਹਿੰਦੇ ਉਸ ਸਮੁੰਦਰ ਵਿੱਚ ਮੱਛੀਆਂ ਰਹਿੰਦੀਆਂ ਨੇ, ਕਿੰਨੇ ਜੀਵ ਜੰਤੂ ਰਹਿੰਦੇ ਨੇ, ਮੱਛੀਆਂ, ਮਗਰਮੱਛ, ਕਿੰਨੇ ਡੱਡੂ ਮੱਛੀਆਂ, ਕਿੰਨਾ ਕੁਛ ਹੈ ਸਮੁੰਦਰ ਵਿੱਚ। ਕਹਿੰਦੇ ਪਰ ਉਹ ਸਮੁੰਦਰ ਨੂੰ ਪਾਰ ਨਹੀਂ ਕਰ ਸਕਦੀਆਂ। ਸਮੁੰਦਰ ਬਹੁਤ ਗਹਿਰਾ ਹੈ, ਸਮੁੰਦਰ ਬਹੁਤ ਵੱਡਾ ਹੈ, ਉਹਨਾਂ ਦੇ ਵੱਸ ਦੀ ਗੱਲ ਨਹੀਂ ਹੈ। ਪਰ ਕਹਿੰਦੇ ਜੇ ਕਿਤੇ ਉਹਨਾਂ ਨੂੰ ਆ ਸਮੁੰਦਰ ਵਿੱਚ ਕੋਈ ਜਹਾਜ਼ ਮਿਲ ਜਾਏ, ਮਹਾਰਾਜ ਕਹਿੰਦੇ ਜੇ ਕਿਤੇ ਜਹਾਜ਼ ਮਿਲ ਜਾਏ, ਉਹ ਸਮੁੰਦਰ ਦਾ ਜਿਹੜਾ ਤੱਟ ਕਿਨਾਰਾ ਹੈ ਉਸ ਕਿਨਾਰੇ ਤੱਕ ਪਹੁੰਚ ਸਕਦਾ ਹੈ। ਸੰਸਾਰ ਦੇ ਵਿੱਚ ਨਾ, ਆ ਸੰਸਾਰ ਜਿਹੜਾ ਹੈ, ਮਹਾਰਾਜ ਨੇ ਤਾਂ ਇਹਨੂੰ ਦੱਸਿਆ ਹੀ, ਸੰਸਾਰ ਸੰਸਿਆਂ ਦਾ ਘਰ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੰਸਾਰ ਕੀ ਹੈ? ਇਹ ਸੰਸਾਰ ਬਣਿਆ ਸੰਸਿਆਂ ਦੇ ਘਰ ਤੋਂ। ਇਸ ਸੰਸਾਰ ਵਿੱਚ ਰਹਿੰਦਿਆਂ ਜ਼ਿੰਦਗੀ ਵਿੱਚ ਸੰਸੇ ਹੀ ਸੰਸੇ ਨੇ। ਇੱਕ ਸੰਸਾ ਜ਼ਿੰਦਗੀ ਦਾ ਖਤਮ ਹੁੰਦਾ, ਅਗਲਾ ਸੰਸਾ ਖੜਾ ਹੋ ਜਾਂਦਾ ਹੈ। ਸਤਿਗੁਰੂ ਕਹਿੰਦੇ ਆ ਸੰਸਾਰ ਸਮੁੰਦਰ ਤੋਂ, ਸੰਸਾਰ ਸਮੁੰਦੇ ਤਾਰ ਗੋਬਿੰਦੇ। ਕਹਿੰਦੇ ਰੱਬਾ ਰਹਿਮਤ ਕਰ, ਆ ਸੰਸਾਰ ਸਮੁੰਦਰ ਤੋਂ ਤਰਨ ਵਾਸਤੇ ਕੀ ਕਰੀਏ? ਫਿਰ ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਓਏ ਤੂੰ ਨਾ ਏਦਾਂ ਕਰ, ਸਤ ਸੰਗਤ ਰੂਪੀ ਬੇੜੇ ਵਿੱਚ ਚੜ ਜਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਨਾ ਆਪਣੀ ਜ਼ਿੰਦਗੀ ਦੇ ਸਮੇਂ ਵਿੱਚੋਂ, ਜਿੱਥੇ ਧੀਆਂ ਪੁੱਤਰਾਂ ਦੇ ਲਈ ਸਮਾਂ ਹੈ ਤੇਰੇ ਕੋਲ, ਜਿੱਥੇ ਪਰਿਵਾਰ ਦੇ ਲਈ, ਸੰਸਾਰ ਦੇ ਲਈ ਸਮਾਂ ਹੈ, ਹਰੇਕ ਕੰਮ ਕਾਜ ਦੇ ਲਈ ਸਮਾਂ ਕੱਢਿਆ। ਸਤਿਗੁਰੂ ਕਹਿੰਦੇ ਓਏ ਇੱਕ ਅੱਧੀ ਘੜੀ 24 ਘੰਟਿਆਂ ਚੋਂ ਰੱਬ ਦੇ ਨਾਮ ਦੀ ਕੱਢ ਕੇ ਵੇਖ। ਕਹਿੰਦੇ ਇੱਕ ਜਾਂ ਅੱਧੀ ਘੜੀ, ਕਲਯੁਗ ਦੇ ਵਿੱਚ ਤਾਂ ਪਾਤਸ਼ਾਹ ਮਹਾਰਾਜ ਕਹਿੰਦੇ ਇੱਕ ਤਤ ਛਿਨ ਹੈ, ਇੱਕ ਵਾਰੀ ਵੀ ਜੇ ਵਾਹਿਗੁਰੂ ਕਹਿੰਦੇ ਨਿਕਲ ਗਿਆ ਨਾ ਪਾਤਸ਼ਾਹ, ਤਾਂ ਕਹਿੰਦੇ ਉਹਦੇ ਨਾਲ ਹੀ ਪਾਰ ਉਤਾਰਾ ਹੋ ਸਕਦਾ ਤੇਰਾ। ਕਹਿੰਦੇ ਬਾਰ-ਬਾਰ ਜਾਪ ਇਸ ਕਰਕੇ। ਕਬੀਰ ਸਾਹਿਬ ਕਹਿੰਦੇ ਕਬੀਰ ਏਕ ਘਰੀ ਆਦੀ ਤੇ ਫੁਨ ਆਦ, ਭਗਤਨ ਸੇਤੀ ਗੋਸ਼ਟ ਜੋ ਕੀਨੇ ਸੋ ਲਾਭ। ਕਹਿੰਦੇ 24 ਘੰਟਿਆਂ ਵਿੱਚੋਂ ਅੱਧੀ ਤੋਂ ਅੱਧੀ ਘੜੀ ਦਾ ਸਮਾਂ 6 ਮਿੰਟ ਦਾ ਬਣਦਾ ਹੈ। ਓਏ 24 ਘੰਟਿਆਂ ਵਿੱਚੋਂ 6 ਮਿੰਟ ਵੀ ਜੇ ਕਲਯੁਗ ਦਾ ਸਮਾਂ ਹੈ ਨਾ, ਜੇ ਰੱਬ ਕਰ ਲਿਆ, ਛੋਟਾਂ ਬਹੁਤ ਨੇ, ਇੰਨੇ ਨਾਲ ਵੀ ਤੇਰਾ ਛੁਟਕਾਰਾ ਹੋ ਜਾਣਾ। ਸੰਸਾਰ ਸਮੁੰਦਰ ਤੋਂ ਤਰ ਜਾਏਗਾ ਤੂੰ। ਪਾਤਸ਼ਾਹ ਕਹਿੰਦੇ ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗਾਹ ਬੈਸਣ ਪਾਈਏ। ਵਿੱਚ ਦੁਨੀਆ ਦੇ ਆ ਕੇ ਕੋਈ ਭਲੇ ਕਰਮ ਕਰ, ਚੰਗੇ ਕਰਮ ਕਰ, ਜਿਹਦੇ ਕਰਕੇ ਤੇਰਾ ਇੱਥੇ ਆਇਆ ਹੋਇਆ ਸਫਲ ਹੋ ਜਾਏ, ਦੁਨੀਆ ਦੇ ਉੱਤੇ ਆਇਆ ਹੋਇਆ ਸਫਲ ਹੋ ਜਾਏ। ਸਾਧ ਸੰਗਤ ਇਹ ਜਿਹੜਾ ਹੈ ਨਾ ਸਤਿਗੁਰੂ ਸੱਚੇ ਪਾਤਸ਼ਾਹ ਦਾ ਸਿਧਾਂਤ, ਦੁਨੀਆ ਵਿੱਚ ਆਏ ਆ, ਕੋਈ ਨਾ ਕੋਈ ਆਪਣੇ ਵਿੱਚ ਗੁਣ ਪੈਦਾ ਕਰੋ। ਮਹਾਰਾਜ ਕਹਿੰਦੇ ਥਾਲ ਵਿੱਚ 3 ਵਸਤੂ ਪਈਓ, ਸਤ ਸੰਤੋਖ ਵਿਚਾਰੋ। ਕਹਿੰਦੇ ਆ ਜਿਹੜਾ ਨਾ ਮਹਾਰਾਜ ਨੇ ਗੱਲ ਤੇ ਸੰਸਾਰ ਦੀ ਵੀ ਕੀਤੀ ਹੈ, ਤੇ ਆ ਸਰੀਰ ਰੂਪੀ ਥਾਲ ਦੇ ਵਿੱਚ, ਆ ਦਿਮਾਗ ਦੇ ਵਿੱਚ 3 ਬਹੁਤ ਬੇਸ਼ੁਮਾਰ ਕੀਮਤੀ ਚੀਜ਼ਾਂ ਪਾਈਆਂ ਰੱਬ ਨੇ। ਜਿਹੜੇ ਦੁਨੀਆ ਉੱਤੇ ਜੀਵ ਜੰਤੂ ਪੈਦਾ ਕੀਤੇ ਆ ਨਾ, ਪਸ਼ੂ ਪੰਛੀ ਬਣਾਏ ਆ, ਮਹਾਰਾਜ ਕਹਿੰਦੇ ਹੱਡ ਚੰਮ ਤਾਂ ਉਹਨਾਂ ਨੂੰ ਐਦਾਂ ਦਾ ਹੀ ਮਿਲਿਆ। ਆ ਜਿਹੜਾ ਸਾਰੇ ਪੰਜੇ ਤੱਤ ਸਾਏ ਹੀ ਮਿਲਿਆ, ਹੱਡ ਚੰਮ, ਨਾਸ, ਮਾਸ, ਨਾੜੀ, ਪਿੰਜਰ, ਇਹ ਸਾਰਾ ਕੁਝ ਸਾਡੇ ਵਾਲਾ ਹੀ ਹੈ। ਪਰ ਸਤਿਗੁਰੂ ਕਹਿੰਦੇ ਇਹਦੇ ਵਿੱਚ ਕਹਿੰਦੇ 3 ਵਸਤੂਆਂ ਰੱਬ ਨੇ ਬਹੁਤ ਕੀਮਤੀ ਬੇਸ਼ੁਮਾਰ ਪਾਈਆਂ। ਥਾਲ ਵਿੱਚ 3 ਵਸਤੂ ਪਈਓ। ਕਹਿੰਦੇ ਕੀ ਹੈ ਜੀ? ਸਤ ਤੇ ਸੰਤੋਖ ਤੇ ਵਿਚਾਰ। ਕਹਿੰਦੇ ਜੇ ਕਿਤੇ ਤੂੰ ਸੱਚ ਨਾਲ ਜੁੜ ਗਿਆ, ਸੱਚ ਨਾਲ ਜੁੜਨਾ, ਰੱਬ ਦੇ ਘਰ ਆ, ਓਏ ਇੱਥੇ ਆ 3 ਚੀਜ਼ਾਂ ਮਿਲਦੀਆਂ ਨੇ। ਤੈਨੂੰ ਸੱਚ ਮਿਲੇਗਾ, ਤੈਨੂੰ ਵਿਚਾਰ ਮਿਲੇਗੀ, ਤੇ ਤੈਨੂੰ ਸੰਤੋਖ ਮਿਲੇਗਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇਰੀ ਕਮਾਈ ਵਿੱਚ ਇੰਨੀ ਕੋ ਬਰਕਤ ਰੱਬ ਪਾ ਦੇਗਾ, ਤੂੰ ਕਹੇਗਾ ਰੱਬਾ ਬਹੁਤ ਹੈ। ਹੁਣ ਤੇ ਪਾਤਸ਼ਾਹ ਕਹਿੰਦੇ ਤ੍ਰਿਸ਼ਨਾ ਦੀ ਅੱਗ ਹੈ ਨਾ, ਉਹ ਤ੍ਰਿਸ਼ਨਾ ਦੀ ਅੱਗ ਜਵਾਨੀ ਵਿੱਚ ਹੋਰ ਵੱਧ ਗਈ, ਜਿਹੜੀ ਬਾਲਪਨ ਸੀ ਉਹ ਹੋਰ ਵੱਧ ਗਈ। ਹੁਣ ਜਦੋਂ ਛੋਟਾ ਬੱਚਾ ਹੈ, 15-20 ਸਾਲ ਦਾ ਬੱਚਾ, ਉਹਦੀਆਂ ਮੰਗਾਂ ਥੋੜੀਆਂ ਨੇ, ਜਿਵੇਂ ਜਿਵੇਂ ਵੱਡਾ ਹੁੰਦਾ ਜਾਂਦਾ ਮੰਗਾਂ ਵੱਧਦੀਆਂ ਜਾਂਦੀਆਂ ਨੇ।
ਇਹ ਅੱਗ ਹੋਰ ਵੱਧ ਗਈ। ਮਹਾਰਾਜ ਕਹਿੰਦੇ ਜਵਾਨੀ ਵਿੱਚ ਹੋਰ ਮੰਗਾਂ ਵੱਧ ਗਈਆਂ। ਸਤਿਗੁਰੂ ਕਹਿੰਦੇ ਜੇ ਕਿਤੇ ਇਸ ਮਨ ਦੇ ਵਿੱਚ ਕਹਿੰਦੇ ਓਏ ਤੂੰ ਸਤ ਸੰਗਤ ਰੂਪੀ ਬੇੜੇ ਵਿੱਚ ਚੜ ਕੇ ਰੱਬ ਦੇ ਘਰੇ ਆਵੇਂ ਨਾ, ਇੱਥੋਂ ਤੈਨੂੰ ਸਤ ਤੇ ਸੰਤੋਖ ਤੇ ਵਿਚਾਰ ਮਿਲੂ। ਫਿਰ ਤੂੰ ਕਹੇਗਾ ਉਹ ਮਨਾ ਨਹੀਂ, ਰੱਬ ਨੇ ਜੋ ਕੁਛ ਦਿੱਤਾ ਤੈਨੂੰ ਬਹੁਤ ਕੁਛ ਦਿੱਤਾ ਹੈ। ਤੇ ਐਸੇ ਵੀ ਨੇ ਦੁਨੀਆ ਦੇ ਵਿੱਚ ਜਿਨ੍ਹਾਂ ਦੇ ਕੋਲ ਕੁਛ ਵੀ ਨਹੀਂ ਹੈ, ਐਸੇ ਵੀ ਨੇ ਜਿਹੜੇ ਤਰਸਦੇ ਨੇ ਰੋਟੀ ਨੂੰ, ਐਸੇ ਵੀ ਲੋਕ ਨੇ। ਉਹਦਾ ਸ਼ੁਕਰਾਨਾ ਨਿਕਲੇਗਾ ਤੇਰੇ ਅੰਦਰੋਂ। ਇਸ ਕਰਕੇ ਸਾਧ ਸੰਗਤ ਸਤ ਸੰਗਤ ਰੂਪੀ ਵੇੜੇ ਵਿੱਚ ਆ ਕੇ ਪਾਤਸ਼ਾਹ ਕਹਿੰਦੇ ਜਦੋਂ ਬੰਦਾ ਚੜ੍ਹਦਾ ਹੈ ਆ ਸੰਸਾਰ ਸਮੁੰਦਰ ਦੀਆਂ ਲਹਿਰਾਂ ਚੋਂ ਪਾਰ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਜੇਕਰ ਸਹਾਰਾ ਲੈ ਲਏ ਨਾ ਸਤ ਸੰਗਤ ਰੂਪੀ ਵੇੜੇ ਵਿੱਚ ਚੜ ਕੇ, ਤੇ ਉਹਦੇ ਵਿੱਚ ਪਹਿਲਾਂ ਦੇ ਜਿਹੜੇ ਜਹਾਜ਼ ਬਣੇ ਹੁੰਦੇ ਸੀ ਨਾ, ਜਿਹੜੇ ਪਹਿਲਾਂ ਸਮੁੰਦਰੀ ਜਹਾਜ਼, ਉਹਨਾਂ ਤੇ ਇੱਕ ਕੱਪੜਾ ਵੱਜਿਆ ਹੁੰਦਾ ਸੀ ਜਿਹਦੇ ਸਹਾਰੇ ਦੇ ਨਾਲ ਜਹਾਜ਼ ਨੂੰ ਲੈ ਕੇ ਜਾਂਦੇ ਸੀ। ਹੁਣ ਇੰਜਣ ਨੇ, ਉਦੋਂ ਇੱਕ ਕੱਪੜਾ ਬੰਨਿਆ ਹੁੰਦਾ ਸੀ, ਉਹਦਾ ਨਾਮ ਸੀ ਵਰਦਮਾਨ। ਉਹਨੂੰ ਵਰਦਮਾਨ ਕਹਿੰਦੇ ਸੀ, ਜਿਹਦੇ ਸਹਾਰੇ ਨਾਲ ਜਹਾਜ਼ ਤਰਦਾ ਸੀ। ਕਹਿੰਦੇ ਸੰਸਾਰ ਦੇ ਵਿੱਚੋਂ ਜੇ ਤਰਨਾ ਹੈ ਨਾ ਬੰਦਿਆ, ਕਹਿੰਦੇ ਨਾ ਜੇ ਤੂੰ ਚਾਹਣਾ ਹੈ ਵੀ ਦੁਨੀਆ ਵਿੱਚੋਂ ਤਰ ਜਾਵਾਂ, ਰੱਬ ਦੇ ਘਰੇ ਥਾਂ ਮਿਲ ਜਾਏ, ਸਵਰਗਾਂ ਵਿੱਚ ਕਹਿ ਲਾ ਵੀ ਸਵਰਗਾਂ ਵਿੱਚ ਥਾਂ ਮਿਲੇ ਮੈਨੂੰ। ਆਪਾਂ ਵੀ ਅਰਦਾਸ ਸੰਤਮ ਅਰਦਾਸ ਇਹੀ ਕਰਦੇ ਆਂ, ਰੱਬਾ ਹੇ ਅਕਾਲ ਪੁਰਖ ਵਾਹਿਗੁਰੂ ਜੀਵ ਦੀਆਂ ਭੁੱਲਾਂ ਨੂੰ ਨਾ ਚਿਤਾਰਿਓ, ਇਹਨੂੰ ਆਪਣੇ ਚਰਨਾਂ 'ਚ ਥਾਂ ਦਿਓ। ਹੁਣ ਚਾਹੁੰਦਾ ਤਾਂ ਸਾਰੇ ਹੀ ਹੈ ਵੀ ਚਰਨਾਂ ਵਿੱਚ ਥਾਂ ਮਿਲੇ। ਪਾਤਸ਼ਾਹ ਕਹਿੰਦੇ ਕੋਈ ਇੱਕ ਅੱਧਾ ਕਰਮ ਐਸਾ ਕਰ ਵੀ ਸਹੀ ਜਿਹਦੇ ਕਰਕੇ ਰੱਬ ਦੇ ਘਰ ਜੋਗਾ ਤੇ ਹੋ ਜਾਏ। ਸਤਿਗੁਰੂ ਕਹਿੰਦੇ ਓਏ ਨਾਮ ਰੂਪੀ ਕਹਿੰਦੇ ਜਿਹੜਾ ਵਰਦਮਾਨ ਕੱਪੜਾ ਹੈ, ਉਹ ਜਿਹੜਾ ਸੇਧ ਦੇਗਾ ਉਹ ਸਹਾਰਾ ਬਣੇਗਾ। ਉਹਦੇ ਆ ਸਤ ਸੰਗਤ ਰੂਪੀ ਵੇੜੇ ਵਿੱਚ ਚੜ ਕੇ ਨਾਮ ਰੂਪੀ ਕਹਿੰਦੇ ਜਿਹੜਾ ਵਰਦਮਾਨ, ਉਹਦੇ ਸਹਾਰੇ ਨਾਲ ਸਮੁੰਦਰ ਦੇ ਕਿਨਾਰੇ ਤੇ ਪਹੁੰਚ ਜਾਂਦਾ ਸੀ ਜਹਾਜ਼। ਓਏ ਕਹਿੰਦੇ ਨਾਮ ਜਪ ਕੇ ਤੂੰ ਵੀ ਆ ਸੰਸਾਰ ਦੇ ਸਮੁੰਦਰ ਦੇ ਵਿੱਚੋਂ ਤਰ ਜਾਏਗਾ। ਸਤ ਸੰਗਤ ਵਿੱਚ ਆ ਕੇ ਵੇਖ, ਜਾਗ ਲੈ ਹੋਰੇ ਮਨਾ ਜਾਗ ਲਿਓ। ਕਹਿੰਦੇ ਜਾਗ ਸੁੱਤਾ ਕਿਉਂ ਪਿਆ, ਨਹੀਂ ਤੇ ਪਾਤਸ਼ਾਹ ਕਹਿੰਦੇ ਤੇਰਾ ਜਿਹੜਾ ਘਰ ਹੈ ਨਾ, ਆ ਜਿਹੜਾ ਤੇਰਾ ਘਰ ਹੈ, ਤੂੰ ਸੁੱਤਾ ਪਿਆ ਹੈ ਤੇ ਤੇਰੇ ਘਰ ਨੂੰ ਚੋਰ ਲੱਗੇ ਪਿਆ, ਤੈਨੂੰ ਨਹੀਂ ਪਤਾ ਲੱਗਦਾ। ਤੇਰੇ ਉੱਤੇ ਜਵਾਨੀ ਰੂਪੀ ਰਾਤ ਹੈ, ਓਏ ਜਵਾਨੀ ਰੂਪੀ ਰਾਤ ਵਿੱਚ ਹਨੇਰੇ ਵਿੱਚ ਤੈਨੂੰ ਨਹੀਂ ਪਤਾ ਵੀ ਤੈਨੂੰ ਕੌਣ ਲੁੱਟ ਰਿਹਾ ਹੈ, ਨਹੀਂ ਪਤਾ ਲੱਗਦਾ। ਜਦੋਂ ਸਭ ਕੁਝ ਲੁੱਟਿਆ ਜਾਂਦਾ ਹੈ ਨਾ ਜੀ, ਉਦੋਂ ਪਤਾ ਲੱਗਦਾ ਉਹ ਮੈਂ ਤਾਂ ਜ਼ਿੰਦਗੀ ਨਸ਼ਿਆਂ ਵਿੱਚ ਗਾਲਤੀ, ਉਹ ਮੈਂ ਤਾਂ ਐਵੇਂ ਹੀ ਜ਼ਿੰਦਗੀ ਖਰਾਬ ਬਰਬਾਦ ਕੀਤੀ। ਮਹਾਰਾਜ ਕਹਿੰਦੇ ਫਿਰ ਪਤਾ ਲੱਗਦਾ ਜੀ। ਇਸ ਕਰਕੇ ਬਾਣੀ ਸਾਨੂੰ ਜਗਾਉਂਦੀ ਹੈ, ਬਾਣੀ ਸਾਨੂੰ ਕਹਿੰਦੀ ਆ ਉਹ ਮਨਾ ਜਾਗ ਲੈ। ਓਏ ਪੰਜਾਂ ਚੋਰਾਂ ਲੁੱਟਿਆ ਘਰ ਤੇਰਾ, ਜੀ ਪੰਜਾਂ ਚੋਰਾਂ ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਲੁੱਟਿਆ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਲੁੱਟਿਆ ਏ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਲੁੱਟਿਆ ਏ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਲੁੱਟਿਆ ਏ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਲੁੱਟਿਆ ਏ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਸੁੱਤਿਆ ਮਨਾ ਕਿਉਂ ਨਹੀਂ ਜਾਗਦਾ। ਸੁੱਤਿਆ ਮਨਾ ਕਿਉਂ ਨਹੀਂ ਜਾਗਦਾ। ਓਏ ਸੁੱਤਿਆ ਮਨਾ ਕਿਉਂ ਨਹੀਂ ਜਾਗਦਾ। ਸੁੱਤਿਆ ਮਨਾ ਕਿਉਂ ਨਹੀਂ ਜਾਗਦਾ। ਸੁੱਤਿਆ ਮਨਾ ਤੂੰ ਕਿਉਂ ਨਹੀਂ ਜਾਗਦਾ। ਸੁੱਤਿਆ ਮਨਾ ਕਿਉਂ ਨਹੀਂ ਜਾਗਦਾ। ਪੰਜਾਂ ਚੋਰਾਂ ਲੁੱਟਿਆ ਜੀ ਘਰ ਤੇਰਾ, ਸੁੱਤਿਆ ਤੂੰ ਕਿਉਂ ਨਹੀਂ
ਜਾਗਦਾ ਪੰਜਾ ਚੋਰਾ ਲੁਟਿਆਏ ਕਰ ਤੇਰਾ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ ਸੁੱਤਿਆ ਤੂੰ ਕਿਉਂ ਨਹੀਂ ਜਾਗਦਾ। ਜੇ ਕਿਤੇ ਬੰਦਾ ਜਾਗ ਜਾਏ ਤੇ ਰੱਬ ਦੇ ਘਰ ਵਿੱਚ ਪ੍ਰਵਾਨ ਹੋ ਜਾਂਦਾ ਹੈ ਤੇ ਪਾਤਸ਼ਾਹ ਕਹਿੰਦੇ ਉਹਦਾ ਜਨਮ ਮਰਨ ਮਿਟ ਜਾਂਦਾ ਹੈ। ਆ ਬਾਲਪਨ ਨੂੰ ਜਵਾਨੀ ਖਾ ਜਾਂਦੀ ਹੈ ਤੇ ਜਵਾਨੀ ਨੂੰ ਬੜੇਪਾ ਰੂਪੀ ਜਰ ਖਾ ਜਾਂਦੀ ਹੈ। ਜਦੋਂ ਬੜੇਪਾ ਰੂਪੀ ਜਰ ਆ ਗਈ ਨਾ ਸਾਧ ਸੰਗਤ ਜਰ ਆਈ ਜੋਬਨ ਹਾਰਿਆ ਕਹਿੰਦੇ ਆ ਜੋਬਨ ਗਿਆ। ਕਹਿੰਦੇ ਫਿਰ ਬਾਕੀ ਸਭ ਤਾਂ ਤਨ ਜਿਹੜਾ ਹੈ ਕਮਜ਼ੋਰ ਹੋ ਜਾਂਦਾ ਹੈ, ਤਨ ਢਿੱਲਾ ਪੈ ਜਾਂਦਾ ਹੈ ਤੇ ਸਾਧ ਸੰਗਤ ਜੀ ਇਹ ਸਰੀਰ ਉਹ ਬਲ ਨਹੀਂ ਰਹਿੰਦਾ। ਮਹਾਰਾਜ ਕਹਿੰਦੇ ਫਿਰ ਮਾਥੇ ਪੀਰ ਸਰੀਰ ਜਲਨ ਹੈ ਕਰਕ ਕਰੇਜੇ ਮਾਹੀ। ਕਹਿੰਦੇ ਫਿਰ ਬੰਦਾ ਪਛਤਾਉਂਦਾ ਹੈ। ਕਹਿੰਦੇ ਤ੍ਰਿਸ਼ਨਾ ਦੀ ਅੱਗ ਹੋਰ ਵੱਧ ਜਾਂਦੀ ਹੈ, ਫਿਰ ਬੰਦੇ ਦੀਆਂ ਆਸਾਂ ਹੋਰ ਵੱਧ ਜਾਂਦੀਆਂ ਨੇ। ਬੰਦਾ ਕਹਿੰਦਾ ਮੈਂ ਆਪਣੇ ਜਿਉਂਦੇ ਜਿਉਂਦੇ ਆ ਵੀ ਕਰਨਾ ਸੀ, ਆ ਵੀ ਕਰਨਾ ਸੀ। ਸਤਿਗੁਰੂ ਕਹਿੰਦੇ ਉਹ ਮੁਕਾਲ ਹੈ ਹੁਣ ਤੂੰ, ਸਭ ਕੁਝ ਮਿਲ ਗਿਆ। ਓਏ ਇੱਕ ਫਲ ਹੈ ਟਾਹਣੀ ਨਾਲ ਉਨਾ ਚਿਰ ਜੁੜਿਆ ਜਿੰਨਾ ਚਿਰ ਉਹ ਕੱਚਾ ਹੈ, ਹੁਣ ਪੱਕ ਗਿਆ ਆਪਣੇ ਆਪ ਟੁੱਟ ਜਾਂਦਾ ਹੈ। ਨਹੀਂ ਤੇ ਮੌਤ ਲੈ ਜਾਂਦੀ ਹੈ। ਮੌਤ ਨੂੰ ਖਿਆਲ ਵਿੱਚ ਰੱਖ ਕੇ ਚੇਤੇ ਰੱਖ ਕੇ ਰੱਬ ਨਾਲ ਜੁੜ, ਪਰਮੇਸ਼ਰ ਦੇ ਨਾਲ ਜੁੜਨਾ ਕਰ। ਸਾਧ ਸੰਗਤ ਜੀ ਸਤਿਗੁਰੂ ਕਹਿੰਦੇ ਫਿਰ ਦੁਨੀਆ ਦੇ ਵਿੱਚ ਸੇਵਾ ਕਰਕੇ ਸਾਧ ਸੰਗਤ ਵਿੱਚ ਦੁਨੀਆ ਸੇਵ ਕਮਾਈਐ ਤਾਂ ਦਰਗਹਿ ਬੈਸਣ ਪਾਈਐ। ਜਿਹੜੇ ਫਿਰ ਸੇਵਾ ਕਰਦੇ ਆ ਨਾ ਸਤਿਗੁਰੂ ਜੀ ਦੇ ਦਰ ਕਰਦੀ, ਜਿਨ੍ਹਾਂ ਨੇ ਵੀ ਅੱਜ ਤੱਕ ਸੇਵਾ ਕੀਤੀ ਹੈ ਸਾਧ ਸੰਗਤ, ਉਹਨਾਂ ਨੂੰ ਸਤਿਗੁਰੂ ਜੀ ਨੇ ਇੰਨਾ ਮਾਣ ਹਾਸਲ ਸਤਿਗੁਰੂ ਪਾਤਸ਼ਾਹ ਦੇ ਘਰੋਂ ਮਿਲਿਆ। ਕੱਲ ਜਿਹੜੇ ਆਹ ਦਿਨ ਚੱਲ ਰਹੇ ਆ ਨਾ ਜੀ, ਇਤਿਹਾਸਕ ਦਿਨ ਚੱਲ ਰਹੇ ਆ ਬੜੇ, ਸਤਿਗੁਰੂ ਰਹਿਮਤ ਕਰਦੇ ਆ। ਅੱਜ ਜਿਹੜਾ ਹੈ ਅੱਜ ਦਾ ਦਿਹਾੜਾ ਹੈ, ਅੱਜ ਗੁਰੂ ਨਾਨਕ ਪਾਤਸ਼ਾਹ ਜੀਆਂ ਦਾ ਵਿਆਹ ਪੁਰਬ ਚੱਲ ਰਿਹਾ। ਕੱਲ ਨੂੰ ਮਾਤਾ ਸੁਲੱਖਣੀ ਜੀ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਵਿਆਹ ਕਾਰਜ ਹੈ। ਅੱਜ ਸੁਲਤਾਨਪੁਰ ਸਾਹਿਬ ਤੋਂ ਗੁਰੂ ਨਾਨਕ ਪਾਤਸ਼ਾਹ ਦੀ ਬਰਾਤ ਤੁਰਦੀ ਹੈ। ਅੱਜ ਉਹ ਤੇ ਕੱਲ ਦਾ ਜਿਹੜਾ ਪੁਰਬ ਸੀ, ਕੱਲ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਦੀ ਗੁਰਤਾ ਗੱਦੀ ਦਾ ਦਿਵਸ ਲੰਘ ਕੇ ਗਿਆ। ਤੇ ਸਾਧ ਸੰਗਤ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀਆਂ ਦਾ ਜੇ ਜੀਵਨ ਪੜ੍ਹੀਏ ਨਾ ਵੇਖੀਏ ਤੇ ਕਿਸੇ ਵੇਲੇ ਕੋਈ ਐਸਾ ਸਮਾਂ ਸੀ, ਕੋਈ ਜ਼ਿੰਦਗੀ ਦਾ ਐਸਾ ਪਲ ਸੀ ਜਿਸ ਦਿਨ ਸਾਧ ਸੰਗਤ ਜੀ ਜੇਠੇ ਦੇ ਰੂਪ ਵਿੱਚ ਸਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ। ਗੁਰੂ ਅਮਰਦਾਸ ਮਹਾਰਾਜ ਜੀ ਜੋਤੀ ਜੋਤ ਸਮਾਉਂਦੇ ਆ ਤੇ ਗੁਰੂ ਅਮਰਦਾਸ ਮਹਾਰਾਜ ਜੀਆਂ ਤੋਂ ਬਾਅਦ ਗੁਰੂ ਰਾਮਦਾਸ ਮਹਾਰਾਜ ਜੀ ਗੁਰਤਾ ਗੱਦੀ ਤੇ ਆਉਂਦੇ ਆ। ਭਾਈ ਜੇਠਾ ਚੂਨਾ ਮੰਡੀ ਲਾਹੌਰ ਦਾ ਜਿਨ੍ਹਾਂ ਦਾ ਜਨਮ ਸੀ, ਲਾਹੌਰ ਦਾ, ਤੇ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਜੀਵਨ ਜੇ ਪੜ੍ਹੀਏ ਸਾਧ ਸੰਗਤ, ਕਹਿੰਦੇ 3 ਕੁ ਸਾਲ ਦੀ ਉਮਰ ਸੀ ਜਿਸ ਦਿਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੇਠੇ ਦੇ ਰੂਪ ਵਿੱਚ ਨੇ। ਜੇਠਾ ਉਹਨੂੰ ਕਿਹਾ ਜਾਂਦਾ ਹੈ ਜਿਹੜਾ ਵੱਡਾ ਪੁੱਤਰ ਹੋਵੇ, ਵੱਡੇ ਪੁੱਤਰ ਨੂੰ ਜੇਠਾ ਕਹਿ ਦਿੰਦੇ ਆ। ਤੇ ਉਹ ਨਾਮ ਹੀ ਜੇਠਾ ਪੱਕ ਗਿਆ ਸੀ ਵੀ ਜੇਠਾ ਹੈ। ਤੋ ਕਹਿੰਦੇ ਨਾ ਜੀ 3 ਸਾਲ ਦੀ ਉਮਰ ਅੱਜ ਸਵੇਰ ਹੋਈ, ਸਵੇਰ ਦਾ ਵੇਲਾ ਹੋਇਆ ਤੇ ਸਾਧ ਸੰਗਤ ਭਾਈ ਜੇਠਾ ਜੀ ਕੀ ਵੇਖਦੇ ਆ, ਸਵੇਰੇ ਸਵੇਰੇ ਜਦੋਂ ਜਾਗਦੇ ਆ ਕੰਨਾਂ ਦੇ ਵਿੱਚ ਅੱਗੇ ਮਾਂ ਦੀ ਆਵਾਜ਼ ਕੰਨਾਂ ਵਿੱਚ ਪੈਂਦੀ ਸੀ, ਪੁੱਤ ਜੇਠਿਆ ਉੱਠ, ਪੁੱਤ ਜੇਠਿਆ ਉੱਠ। ਸਾਧ ਸੰਗਤ ਅੱਜ ਮਾਂ ਨੇ ਨਹੀਂ ਉਠਾਇਆ, ਅੱਜ ਜੇਠੇ ਨੂੰ ਜੇਠੇ ਦੀਆਂ ਕੰਨਾਂ ਵਿੱਚ ਐਸੀਆਂ ਦਰਦਨਾਕ ਰੋਣ ਦੀਆਂ ਆਵਾਜ਼ਾਂ ਜਿਹੜੀਆਂ ਕੰਨਾਂ ਵਿੱਚ ਪੈਂਦੀਆਂ ਨੇ, ਅੱਜ ਰੋਣ ਦੀਆਂ ਚੀਖਾਂ ਕੰਨਾਂ ਵਿੱਚ ਪੈਂਦੀਆਂ ਨੇ। ਉਹਨਾਂ ਚੀਖਾਂ ਨੇ ਭਾਈ ਜੇਠੇ ਨੂੰ 3 ਸਾਲਾਂ ਦੇ ਬੱਚੇ ਨੂੰ ਜਗਾਇਆ। ਉਹ ਚੀਖਾਂ ਕਿਉਂ ਨੇ? ਸਾਧ ਸੰਗਤ ਭਾਈ ਜੇਠਾ ਛੋਟੀ ਜੀ 3 ਕੁ ਸਾਲਾਂ ਦਾ ਬੱਚਾ, ਵੇਖੋ ਜ਼ਿੰਦਗੀ ਦਾ ਪੰਧ
3 ਸਾਲਾਂ ਦਾ ਬੱਚਾ ਕਹਿੰਦੇ ਜਦੋਂ ਅੱਖਾਂ ਨੂੰ ਹੱਥਾਂ ਨਾਲ ਵਸਲਦਾ ਹੋਇਆ ਸਾਹਮਣੇ ਵੇਖਦਾ ਹੈ, ਅੱਗੇ ਮਾਂ ਉਠਾਉਂਦੀ ਸੀ, ਅੱਜ ਇਹ ਚੀਖਾਂ ਕਿਸ ਬਾਤ ਦੀਆਂ। ਬੱਚਾ ਉੱਠ ਕੇ ਭੱਜ ਕੇ ਆਪਣੇ ਬਾਪ ਦੀ ਬੁੱਕਲ ਵਿੱਚ ਪੈਂਦਾ ਹੈ ਤੇ ਸਾਹਮਣੇ ਕੀ ਤੱਕਦਾ ਏ, ਇਦਾਂ ਧਰਤੀ ਤੇ ਮਾਂ ਪਈ ਆ। ਮਾਂ ਦੇ ਮੁਖ ਦੇ ਉੱਪਰ ਕੱਪੜਾ ਦਿੱਤਾ ਹੈ। ਭਾਈ ਜੇਠਾ ਵੇਖਦਾ ਹੈ ਅੱਜ ਆਪਣੀ ਮਾਂ ਨੂੰ, ਤੇ ਬੱਚਾ ਮਾਂ ਨੂੰ ਉਠਾਉਂਦਾ ਹੈ। ਬੱਚਾ ਮਾਂ ਦੇ ਗਲ ਲੱਗਦਾ ਹੈ, 3 ਸਾਲਾਂ ਦਾ ਬੱਚਾ ਮਾਂ ਦੇ ਗਲ ਲੱਗ ਕੇ ਮਾਂ ਨੂੰ ਉਠਾਉਣ ਦੀ ਕੋਸ਼ਿਸ਼ ਕਰਦਾ ਹੈ ਭਾਈ ਜੇਠਾ। ਪਰ ਸਾਧ ਸੰਗਤ ਪਿਤਾ ਆਪਣੀ ਬੁੱਕਲ ਵਿੱਚ ਲੈਂਦਾ ਹੈ। ਪਿਤਾ ਕਹਿਣ ਲੱਗਿਆ, ਪੁੱਤਰਾ ਅੱਜ ਤੇਰੀ ਮਾਂ ਨੇ ਨਹੀਂ ਉੱਠਣਾ, ਅੱਜ ਤੇਰੀ ਮਾਂ ਨੇ ਨਹੀਂ ਉੱਠਣਾ। ਸਾਧ ਸੰਗਤ ਅੱਗੇ ਜਦੋਂ ਬੱਚਾ ਉੱਠਦਾ, ਆਪਾਂ ਵੇਖਦੇ ਹਾਂ ਘਰ ਦੇ ਵਿੱਚ ਜਦੋਂ ਬੱਚਾ ਉੱਠਦਾ ਹੈ, ਉਹਦੇ ਕੋਲ ਮਾਂ ਕਦੇ ਦੁੱਧ ਲੈ ਕੇ ਜਾਂਦੀ ਹੈ, ਪਾਣੀ ਲੈ ਕੇ ਜਾਂਦੀ ਹੈ, ਪਰ ਅੱਜ ਅੰਦਰ ਇੱਕ ਪਾਣੀ ਦਾ ਘੁੱਟ ਨਹੀਂ ਗਿਆ, ਕੇਵਲ ਤੇ ਕੇਵਲ ਚੀਖਾਂ ਗਈਆਂ ਨੇ। ਸਾਧ ਸੰਗਤ ਅੰਦਰ ਉਹ ਦਰਦ ਵਹਿ ਗਿਆ। ਮਾਂ ਨੂੰ ਵੇਖਿਆ, ਇਹਨੇ ਨੂੰ ਸਾਧ ਸੰਗਤ ਜੀ ਸਾਰਾ ਕਬੀਲਾ ਇਕੱਠਾ ਹੁੰਦਾ ਹੈ। 3 ਸਾਲਾਂ ਦੀ ਉਮਰ ਵਿੱਚ ਮਾਂ ਦਾ ਸੰਸਕਾਰ ਹੁੰਦਾ ਵੇਖਿਆ। ਭਾਈ ਜੇਠਾ ਜੀ ਮਾਂ ਦੇ ਸੰਸਕਾਰ ਨੂੰ ਵੇਖਦਿਆਂ ਸਾਧ ਸੰਗਤ ਜੀ ਅੱਜ ਪਿਤਾ ਜੀ ਨੇ ਆਪਣੇ ਪੁੱਤਰ ਨੂੰ, ਬੱਚੇ ਨੂੰ, 3 ਸਾਲਾਂ ਦਾ ਬੱਚਾ ਹੈ, ਸਾਧ ਸੰਗਤ ਜੀ ਕੰਮ ਤੇ ਜਾਂਦੇ ਨੇ ਪਿਤਾ ਹਰਦਾਸ ਜੀ, ਤੇ ਕੰਮ ਤੇ ਜਾਣ ਤੋਂ ਪਹਿਲਾਂ ਭਾਈ ਜੇਠੇ ਜੀ ਨੂੰ ਨਾਲ ਉਠਾਉਂਦੇ ਨੇ। ਤੇ ਭਾਈ ਜੇਠਾ ਜਿਹੜੇ ਹੱਥਾਂ ਦੇ ਵਿੱਚ ਖਿਡੌਣੇ ਆਉਣੇ ਸੀ, ਉਹਨਾਂ ਹੱਥਾਂ ਵਿੱਚ ਘਰ ਦੇ ਭਾਂਡੇ ਨੇ, ਬਰਤਨ ਨੇ, ਉਹਨਾਂ ਹੱਥਾਂ ਵਿੱਚ ਵੌਕਰਾਂ ਨੇ। ਉਹ ਹੱਥ ਜਿਹੜੇ ਹੱਥ ਕੋਮਲ ਸਨ। ਤੇ ਸਾਧ ਸੰਗਤ ਜਿਹੜੀ ਕਿਤੇ ਮਾਂ 5-7 ਸਾਲਾਂ ਤੱਕ ਆਪਣੇ ਬੱਚੇ ਨੂੰ ਚੁੱਲ੍ਹੇ ਦੇ ਨੇੜੇ ਨਹੀਂ ਆਉਣ ਲੱਗ ਦਿੰਦੀ, ਕਿਉਂ? ਮੇਰੇ ਬੱਚਾ ਕਿਸੇ ਤੱਤੀ ਚੀਜ਼ ਨੂੰ, ਕਿਸੇ ਗਰਮ ਵਸਤੂ ਨੂੰ ਹੱਥ ਨਾ ਲਾ ਲਵੇ। ਅੱਜ ਉਹ ਭਾਈ ਜੇਠਾ ਜਿਵੇਂ ਜਿਵੇਂ ਦਿਨ ਬਤੀਤ ਹੁੰਦੇ ਗਏ, 5 ਸਾਲਾਂ ਦਾ ਹੋਇਆ, 2 ਸਾਲਾਂ ਵਿੱਚ ਇੰਨੀ ਕੋ ਟ੍ਰੇਨਿੰਗ ਹੋ ਗਈ, ਘਰ ਦਾ ਚੁੱਲ੍ਹੇ ਚੌਂਕੇ ਦਾ ਕੰਮ ਭਾਈ ਜੇਠਾ ਜੀ ਪਿਤਾ ਜੀ ਦੇ ਨਾਲ ਕਰਦੇ ਆ। ਜਿਹੜੇ ਵੇਲੇ ਮਾਂ ਆਪਣੇ ਬੱਚਿਆਂ ਨੂੰ, ਸਾਧ ਸੰਗਤ ਜੀ ਮਾਂ ਪਿਓ ਕਹਿੰਦਾ ਵੇਖੀ ਕਿਤੇ ਚੁੱਲ੍ਹੇ ਕੋਲ ਨਾ ਵਗ ਜਾਏ, ਤੇ ਭਾਈ ਜੇਠਾ ਉਸ ਵੇਲੇ ਪ੍ਰਸ਼ਾਦਾ ਵੀ ਬਣਾਉਂਦਾ ਹੈ। ਸਾਧ ਸੰਗਤ ਕਦੇ ਕਦੇ ਮਾਂ ਦਾ ਖਿਆਲ ਆਉਂਦਾ ਹੈ, ਮਾਂ ਜੇ ਤੂੰ ਅੱਜ ਕਿਤੇ ਜਿਉਂਦੀ ਹੁੰਦੀ। ਸਾਧ ਸੰਗਤ ਹੁੰਦਾ ਹੀ ਹੈ ਨਾ ਬੱਚੇ ਨੂੰ, ਜੇ ਅੱਜ ਤੂੰ ਜਿਉਂਦੀ ਹੁੰਦੀ ਮੇਰਾ ਹਾਲ ਇਹ ਬਰਦਾਸ਼ਤ ਕਰ ਲੈਂਦੀ ਮਾਂ, ਮੈਨੂੰ ਨੇੜੇ ਨਹੀਂ ਸੀ ਆਉਣ ਦਿੱਤਾ ਕਦੇ। ਸਾਧ ਸੰਗਤ ਜੀ ਪਰ ਇੱਕ ਜਦੋਂ ਕਹਿੰਦੇ ਦਿਨ ਬਤੀਤ ਲੰਘਦੇ ਗਏ, 7 ਸਾਲ ਦੀ ਉਮਰ ਦੇ ਵਿੱਚ ਜ਼ਿੰਦਗੀ ਤਬਦੀਲ ਹੁੰਦੀ ਆ। ਭਾਈ ਜੇਠਾ ਜੀ ਦੀ ਉਮਰ 7 ਸਾਲ ਦੇ ਕਰੀਬ ਹੋਈ। ਅੱਜ ਕਹਿੰਦੇ ਜਿਹੜੀ ਅੱਜ ਤੋਂ ਕਈ ਸਾਲ ਪਹਿਲਾਂ ਘਟਨਾ ਵਾਪਰੀ, ਇੱਕ ਘਟਨਾ ਹੋਰ ਜ਼ਿੰਦਗੀ ਵਿੱਚ ਵਾਪਰ ਗਈ। ਉਹ ਕੀ ਸੀ? ਸਵੇਰੇ ਸਵੇਰੇ ਅੱਜ ਕਹਿੰਦੇ ਨਾ ਜੀ, ਜਦੋਂ ਸਵੇਰ ਹੋਈ, ਅੱਜ ਪਿਤਾ ਨੇ ਉਠਾਇਆ ਨਹੀਂ, ਕੰਨਾਂ ਵਿੱਚ ਆਵਾਜ਼ਾਂ ਪਈਆਂ ਨੇ, ਤੇ ਭਾਈ ਜੇਠਾ ਜੀ ਆਪ ਉੱਠੇ ਨੇ। ਸੋਚਦੇ ਆ ਪਿਤਾ ਜੀ ਰੋਜ਼ ਉਠਾਉਂਦੇ ਨੇ, ਅੱਜ ਮੈਂ ਆਪ ਉੱਠਾਂ। ਕਹਿੰਦੇ ਉੱਠ ਕੇ ਸਾਰਾ ਕੰਮ ਕਰਕੇ ਪਿਤਾ ਨੂੰ ਮੈਂ ਉਠਾਵਾਂਗਾ। ਪਿਤਾ ਹਰਦਾਸ ਜੀ ਫੇਰ ਉੱਠਣ। ਕਹਿੰਦੇ ਬੱਚੇ ਨੇ 7 ਸਾਲ ਦਾ ਬੱਚਾ ਏ, ਹਰ ਰੋਜ਼ ਦੇ ਘਰ ਦੇ ਕੰਮਾਂ ਕਾਜਾਂ ਦਾ ਪਤਾ ਹੈ, ਸਾਰੇ ਘਰ ਦੇ ਕੰਮ ਨਵੇੜ ਲਏ। ਸਾਰੇ ਘਰ ਦੇ ਕੰਮ ਨਵੇੜ ਕੇ ਪਿਤਾ ਜੀਆਂ ਦੇ ਜਾ ਕੇ ਮੁਖ ਤੋਂ ਪੱਲਾ ਲਾਉਂਦਾ ਹੈ, ਬਾਪੂ ਉੱਠ, ਆ ਵੇਖ ਤੇਰੇ ਪੁੱਤ ਨੇ ਘਰ ਦੇ ਸਾਰੇ ਕੰਮ ਨਵੇੜ ਲਏ ਆ।
अज वेख अगे तू मैनू नित उठाउंदा सी बापू, अज मैं तैनू तू नहीं उठाया। अज मैं अपने आप उठ के बापू सारे घर दे काम नवेड़ लिया, तू उठ। कहंदे ना जी हुण बापू होवे तां उठे। साध संगत जदों वेख्या आवाज़ां मारियां कन्नां विच, बापू उठ। पैर फड़ के हिलाउंदा है, पैरां नूं घुट के फड़ के सिर रख लिया भाई जेठे ने। बापू तू मेरे नाल वादा कीता सी, पिता तू वादा कीता सी, पुत जेठिया की हो गया जे मां चले गई है तेरी। पुत्रा अज तो बाद मैं तेरे ते कोई आंच नहीं आउण देंगा। पुत्रा मां तेरे सहारे मैनू छड्ड के, मां पिता तेरे सहारे ते मैनू छड्ड के गई सी। पिता तू कहंदा सी पुत्र कोई गल नहीं जे मां चले गई है, पिता दा छाया है। पुत्रा मैं तेनू अपनी छां हेठां पालांगा। बापू तू मैनू कदे इदां दे वादे कीते, बापू मां तेरे सहारे ते छड्ड के गई, अज जेठे नू किहदे सहारे ते छड्ड के चला गया। अज तू उठदा क्यों नहीं, जागदा क्यों नहीं। कहंदे जदों भाई जेठे ने अज तो 3 साल पहलां 4 साल पहलां जदों ये घटना अपने अखां नाल वेखी सी, वो घटना अज फिर सामने आई। ते साध संगत जी बच्चा रोंदा है ते इन्ने नू आंढ गुआंढ आउंदा है, आ जांदे आ साध संगत जी, चाचे ताए आंढ गुआंढ इकट्ठा हुंदा है। कहण लगे जेठिया तेरा बापू नहीं अज उठना। कहंदा जी उठाओ। कहंदे नहीं उठना अज तेरे बापू ने। जेठे नू कहंदे आ सियाणे बजुर्ग आए इकट्ठे होके, जेठिया इन्हें नहीं उठना। क्यों? ये तां गूड़ियां नींदां दे विच सौ गया, साडी ना आवाज़ सुनदा। गूड़ियां नींदां दे विच सौ गया, साडी ना आवाज़ सुनदा। ये तां गूड़ियां नींदां दे विच सौ गया, साडी ना आवाज़ सुनदा। ये तां गूड़ियां नींदां दे विच सौ गया, साडी ना आवाज़ सुनदा। सौ गया साडी नी आवाज़ सुनदा। ये तां गूड़ियां नींदां विच सौ गया, साडी ना आवाज़ सुनदा। प्यारे जी साडी ना आवाज़ सुनदा, जेठिया साडी ना आवाज़ सुनदा। साडी ना आवाज़ सुनदा, साडी ना आवाज़ सुनदा। साडी ना आवाज़ सुनदा, जेठिया साडी ना आवाज़ सुनदा। ये तां गूड़ियां नींदां च ऐसा सौ गया, नींदां च ऐसा, साडी ना आवाज़ सुनदा। ये तां गूड़ियां नींदां च ऐसा सौ गया, साडी ना आवाज़ सुनदा। ये तां गूड़ियां नींदां दे विच सौ गया, साडी ना आवाज़ सुनदा। ये तां गूड़ियां नींदां विच सौ गया, साडी ना आवाज़ सुनदा। ये तां गूड़ियां नींदां विच सौ गया, साडी ना आवाज़ सुनदा। ये तां गूड़ियां नींदां
ਸਾਡੀ ਨਾ ਆਵਾਜ਼ ਸੁਣਦਾ। ਕਹਿੰਦੇ ਜੇਠਿਆ ਅੱਜ ਇਹ ਸਾਡੀ ਆਵਾਜ਼ ਨਹੀਂ ਸੁਣਨਗੇ। ਆਖਰਕਾਰ ਪਿਤਾ ਦਾ ਸੰਸਕਾਰ ਵੀ ਆਪਣੀ ਅੱਖਾਂ ਦੇ ਨਾਲ ਹੱਥਾਂ ਨਾਲ ਕੀਤਾ। ਤੇ ਸਾਧ ਸੰਗਤ ਜੀ ਅੱਜ ਸਾਰੀ ਜਦੋਂ ਸਾਰੀ ਕਿਰਿਆ ਕੀਤੀ ਗਈ, ਨਾਨੀ ਸੋਚਦੀ ਹੈ ਚਲੋ ਚਾਚੇ ਤਾਏ ਹਨ, ਕੋਈ ਤਾਂ ਆਏਗਾ, ਕੋਈ ਤਾਂ ਕਹੇਗਾ ਹੀ ਭਾਈ ਜੇਠੇ ਨੂੰ ਕਿ ਜਿੱਥੇ ਸਾਡੇ ਬੱਚੇ ਪਲ ਰਹੇ ਆ ਭਾਈ ਜੇਠੇ ਦੇ ਘਰ ਦਾ ਬੂਹਾ ਖੁੱਲਾ ਰਹਿਣ ਦਿਓ। ਨਾਨੀ ਨੇ ਇੱਕ ਵਾਰੀ ਕਿਹਾ, ਸਾਰਾ ਕਬੀਲਾ ਬੈਠਾ ਹੈ ਕਿ ਮੈਂ ਆਪਣੇ ਪੁੱਤਰ ਨੂੰ ਲੈ ਕੇ ਜਾਣਾ ਚਾਹੁੰਦੀ ਹਾਂ। ਕਿਸੇ ਚਾਚੇ ਤਾਏ ਦੀ ਆਵਾਜ਼ ਨਹੀਂ ਆਈ ਕਿ ਭਾਈ ਜੇਠਾ ਸਾਡੇ ਘਰ ਰਹਿ ਲੇਗਾ, ਭਾਈ ਜੇਠੇ ਦੇ ਘਰ ਦਾ ਬੂਹਾ ਨਾ ਬੰਦ ਕਰੋ। ਹਾਲਾਂਕਿ ਦੁਨੀਆ ਵਿੱਚੋਂ ਆਵਾਜ਼ ਕੀ ਹੁੰਦੀ ਸੀ, ਇਹ ਕੜਮਾਂ ਜੰਮਿਆ, ਇਹ ਕਰਮਾਂ ਵਾਲਾ ਨਹੀਂ ਹੈ। ਇਹ ਜਿਸ ਦਾ ਦਿਨ ਦਾ ਜੰਮਿਆ ਹੈ, ਇਹਦੀ ਮਾਂ ਚਲੇ ਗਈ ਹੈ, ਅੱਜ ਪਿਤਾ ਦਾ ਛਾਇਆ ਸਿਰ ਤੋਂ ਚਲਿਆ ਗਿਆ। ਭਾਈ ਜੇਠੇ ਨੂੰ ਉਸ ਦਿਨ ਲੋਕਾਂ ਨੇ ਕਿਹਾ ਇਹ ਬਹੁਤੇ ਚੰਗੇ ਕਰਮਾਂ ਵਾਲਾ ਨਹੀਂ ਹੈ। ਕਿਸੇ ਦੀ ਆਵਾਜ਼ ਨਹੀਂ ਆਈ ਕਿ ਭਾਈ ਜੇਠੇ ਦੇ ਘਰ ਦਾ ਬੂਹਾ ਖੁੱਲਾ ਰਵੇ। ਤੇ ਸਾਧ ਸੰਗਤ ਅੰਤਮ ਕਿਰਿਆ ਬਾਅਦ ਨਾਨੀ ਕਹਿੰਦੀ ਹੈ, ਪੁੱਤਰਾ ਦੱਸ ਤੇਰੇ ਕੱਪੜਾ ਲੀੜਾ ਕਹਿੰਦੇ ਗੰਢੜੀ ਵਿੱਚ ਬੰਨਿਆ। ਸਾਧ ਸੰਗਤ ਉਸ ਵਕਤ ਨਾਨੀ ਨੇ ਇਸ ਬੂਹੇ ਨੂੰ ਜਿੰਦਰਾ ਮਾਰਿਆ। ਤੇ ਸਾਧ ਸੰਗਤ ਉਸ ਵਕਤ ਲੋਕ ਕਹਿੰਦੇ ਸੀ ਉਹ ਜੇਠੇ ਦੇ ਘਰ ਨੂੰ ਬੂਹਾ ਵੱਜ ਗਿਆ, ਹਰਦਾਸ ਦੇ ਘਰ ਨੂੰ ਬੂਹਾ ਵੱਜ ਗਿਆ, ਹੁਣ ਨਹੀਂ ਕਦੇ ਖੁੱਲੇਗਾ। ਇਹ ਬੂਹਾ ਐਸਾ ਜਿੰਦਰਾ ਵੱਜਿਆ ਕਹਿੰਦੇ ਹੁਣ ਨਹੀਂ ਜੇ ਖੁੱਲਣਾ ਕਦੇ। ਲੋਕ ਇਹ ਕਹਿੰਦੇ ਨੇ। ਸਾਧ ਸੰਗਤ ਨਾਨੀ ਆਪਣੇ ਵਾਸਰ ਕੇ ਪਿੰਡ ਲੈ ਕੇ ਆਉਂਦੀ ਹੈ। ਵਾਸਰ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀਆਂ ਦਾ ਨਗਰ ਹੈ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਗੁਰੂ ਅੰਗਦ ਦੇਵ ਪਾਤਸ਼ਾਹ ਮਹਾਰਾਜ ਜੀਆਂ ਤੋਂ ਗੁਰਤਾ ਗੱਦੀ ਪ੍ਰਾਪਤ ਕਰਕੇ ਜਦੋਂ ਆਉਂਦੇ ਆ ਉਦੋਂ ਪਤਾ ਲੱਗਦਾ ਹੈ ਤੇ ਨਾਨੀ ਦੇ ਨਾਲ ਮਿਲਾਪ ਹੁੰਦਾ ਹੈ, ਭਾਈ ਜੇਠੇ ਦੇ ਨਾਲ ਬਾਸਰ ਕੇ ਗਿੱਲਾਂ ਪਿੰਡ ਉੱਥੇ ਮਿਲਾਪ ਹੁੰਦਾ ਹੈ। ਮਹਾਰਾਜ ਨੂੰ ਜਦੋਂ ਪਤਾ ਲੱਗਿਆ, ਸਤਿਗੁਰੂ ਨੇ ਨਾਨੀ ਨੂੰ ਕਿਹਾ ਇਸ ਬੱਚੇ ਨੂੰ ਲੈ ਕੇ ਗੋਇੰਦਵਾਲ ਸਾਹਿਬ ਨਗਰ ਬਸਾਉਣਾ ਹੈ, ਗੁਰੂ ਪਾਤਸ਼ਾਹ ਦਾ ਹੁਕਮ ਹੈ, ਆਓ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਆ ਗਏ। ਉੱਥੇ ਫਿਰ ਬੌਲੀ ਸਾਹਿਬ ਆਪਾਂ ਜਾਣਦੇ ਆਂ ਬਣਿਆ। ਗੋਇੰਦਵਾਲ ਸਾਹਿਬ ਦੀ ਧਰਤੀ ਤੇ ਨਾਨੀ ਦੇ ਨਾਲ ਆ ਗਏ ਤੇ ਨਾਨੀ ਨੇ ਘੁੰਗਣੀਆਂ ਬਣਾ ਕੇ ਦੇਣੀਆਂ ਆਪਣੇ ਪੁੱਤ ਨੂੰ। ਤੇ ਸਾਧ ਸੰਗਤ ਜੀ 7 ਸਾਲਾਂ ਦਾ ਬੱਚਾ ਟੋਕਰੀ ਚੱਕਦਾ ਸਿਰ ਤੇ ਜਿੱਥੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਤਿਗੁਰੂ ਸੇਵਾ ਕਰਾਉਂਦੇ ਨੇ ਉੱਥੇ ਘੁੰਗਣੀਆਂ ਵੇਚਦਾ। ਕਈ ਵਾਰ ਸਤਿਗੁਰੂ ਕਹਿ ਦਿੰਦੇ ਆ ਘੁੰਗਣੀਆਂ ਵਰਤਾ ਜਾ, ਪੈਸੇ ਨਹੀਂ ਮਿਲਦੇ, ਘੁੰਗਣੀਆਂ ਸਾਰੀਆਂ ਵੇਚ ਦਿੰਦਾ ਹੈ। ਕਈ ਵਾਰ ਸੇਵਾ ਵਿੱਚ ਲਾ ਦਿੰਦਾ ਹੈ। ਉਸ ਤੋਂ ਬਾਅਦ ਫਿਰ ਬੌਲੀ ਸਾਹਿਬ ਦੇ ਵਿੱਚੋਂ ਮਿੱਟੀ ਕੱਢਦਾ ਹੈ, ਸੇਵਾ ਕਰਦਾ ਹੈ ਭਾਈ ਜੇਠਾ। ਇੱਕ ਦਿਨ ਫਿਰ ਆਪਾਂ ਸਾਰਿਆਂ ਨੇ ਇਤਿਹਾਸ ਸੁਣਿਆ, ਗੁਰੂ ਅਮਰਦਾਸ ਮਹਾਰਾਜ ਜੀ ਆਪਣੀ ਪੁੱਤਰੀ ਦਾ ਰਿਸ਼ਤਾ ਕਰਦੇ ਆ, ਬਰ ਹੋਵੇ ਤਾਂ ਜੇਠੇ ਵਰਗਾ ਹੋਵੇ। ਮਾਤਾ ਜੀ ਕਹਿੰਦੇ ਆ, ਮਾਤਾ ਜੀ ਨੂੰ ਫਿਰ ਮਹਾਰਾਜ ਨੇ ਕਿਹਾ ਫਿਰ ਜੇਠੇ ਵਰਗਾ ਤਾਂ ਜੇਠਾ ਹੈ। ਮਹਾਰਾਜ ਇਹ ਤਾਂ ਪਿੱਛੇ ਪਰਿਵਾਰ ਵੀ ਕੋਈ ਨਹੀਂ ਹੈ, ਟੋਕਰੀ ਢੋਂਦਾ ਹੈ, ਕੱਪੜੇ ਲਿਬੜੇ ਹੋਏ ਆ। ਸਤਿਗੁਰੂ ਕਹਿੰਦੇ ਦੁਨੀਆ ਦੀ ਨਜ਼ਰ ਵਿੱਚ ਜੇਠੇ ਦੇ ਸਿਰ ਤੇ ਟੋਕਰੀ ਚੱਕੀ ਹੋਈ ਹੈ। ਸਤਿਗੁਰੂ ਕਹਿੰਦੇ ਨਹੀਂ, ਮੈਨੂੰ ਪਤਾ ਹੈ ਭਾਈ ਜੇਠੇ ਦੇ ਸਿਰ ਤੇ ਛਤਰ ਝੁਲ ਰਿਹਾ। ਕੋ ਸਤਨਾਮ ਸ੍ਰੀ ਵਾਹਿਗੁਰੂ। ਸਤਿਗੁਰੂ ਜੀ ਜਾਣਦੇ ਸਨ, ਕਹਿੰਦੇ ਜੇਠਾ ਤਾਂ ਭਾਈ ਫਿਰ ਜੇਠਾ ਹੀ ਹੈ। ਇੱਕ ਦਿਨ ਸਤਿਗੁਰੂ ਪਾਤਸ਼ਾਹ ਮਹਾਰਾਜ ਫਿਰ ਗੁਰੂ ਰਾਮਦਾਸ ਬਣਾ ਦਿੰਦੇ ਆ ਭਾਈ ਜੇਠੇ ਨੂੰ। ਬੌਲੀ ਸਾਹਿਬ ਸੇਵਾ ਕਰਦਾ ਭਾਈ ਜੇਠਾ ਨਿਤ। ਪਰਖਾਂ ਵੀ ਹੁੰਦੀਆਂ ਨੇ, ਬੜੀਆਂ ਪਰਖਾਂ ਹੋਈਆਂ, ਕਿਉਂਕਿ 2 ਜਵਾਈ ਸਨ। ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਭਾਈ ਜੇਠਾ ਜੀ ਵੀ ਉੱਥੇ ਰਹਿੰਦੇ ਨੇ, ਬੀਬੀ ਦਾਨੀ ਤੇ ਬੀਬੀ ਭਾਨੀ ਜੀ, ਦੋਨੇ ਪੁੱਤਰੀਆਂ ਸਨ ਸਤਿਗੁਰੂ ਜੀ ਦੀਆਂ। ਤੇ ਬੀਬੀ ਦਾਨੀ ਜੀ ਭਾਈ ਰਾਮਾ ਜੀ ਨੂੰ ਵਿਆਹੇ ਨੇ।
ਤੇ ਦੋਵੇਂ ਜਵਾਈ ਸਤਿਗੁਰਾਂ ਦੇ ਘਰ ਵਿੱਚ ਸੇਵਾ ਕਰਦੇ ਆ। ਪਰ ਪਰਖਾਂ ਜਦੋਂ ਹੋਈਆਂ ਤੇ ਭਾਈ ਜੇਠਾ ਪਰਖਾਂ ਵਿੱਚੋਂ ਪਾਸ ਹੋ ਕੇ ਜਿਸ ਦਿਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਬਣਦੇ ਆ ਨਾ, ਤਖਤ ਤੇ ਸੁਹਾਏਮਾਨ ਹੋ ਕੇ, ਫਿਰ ਸਤਿਗੁਰੂ ਸੱਚੇ ਪਾਤਸ਼ਾਹ ਹੁਕਮ ਦਿੰਦੇ ਆ ਆਪਣੇ ਪੁੱਤਰਾਂ ਨੂੰ ਵੀ ਤੇ ਸਿੱਖਾਂ ਨੂੰ ਵੀ ਕਿ ਆਓ ਭਾਈ ਰਾਜ ਜੋਗ ਤਖਤ ਦੀਨ ਗੁਰੂ ਰਾਮਦਾਸ ਤਖਤ ਤੇ ਬਿਰਾਜਮਾਨ ਕਰਕੇ ਪਾਤਸ਼ਾਹ ਜੀ ਕਹਿੰਦੇ ਮੋਹਰੀ ਪੁੱਤ ਸਨਮੁਖ ਹੋਇਆ ਰਾਮਦਾਸੈ ਪੈਰੀ ਪਾਏ ਜਿਓ। ਬਾਬਾ ਮੋਹਰੀ ਜੀ ਪੁੱਤਰ ਸਨ ਗੁਰੂ ਅਮਰਦਾਸ ਮਹਾਰਾਜ ਦੇ ਤੀਸਰੇ ਪਾਤਸ਼ਾਹ ਦੇ। ਜਦੋਂ ਫਿਰ ਜੋਤੀ ਜੋਤ ਸਮਾਉਣਾ ਸੀ ਨਾ ਗੁਰੂ ਅਮਰਦਾਸ ਮਹਾਰਾਜ ਨੇ, ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕਰਕੇ ਨਮਸਕਾਰ ਕਰਕੇ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਫਿਰ ਮਹਾਰਾਜ ਨੇ ਸਾਰੇ ਪਰਿਵਾਰ ਨੂੰ ਸੱਦਿਆ। ਸਤਿਗੁਰ ਭਾਣੈ ਆਪਣੇ ਬਹਿ ਪਰਿਵਾਰ ਸਦਾਇਆ। ਜਦੋਂ ਵੀ ਮਰਗਤ ਦੀ ਅਰਦਾਸ ਹੁੰਦੀ ਹੈ, ਭੋਗ ਪਾਇਆ ਜਾਂਦਾ, ਨੌਵੇਂ ਪਾਤਸ਼ਾਹ ਦੇ ਸ਼ਲੋਕ ਤੋਂ ਬਾਅਦ ਸੱਦ ਬਾਣੀ ਪੜ੍ਹੀ ਜਾਂਦੀ ਹੈ। ਬਾਬਾ ਸੁੰਦਰ ਜੀ ਦੀ ਉਹ ਪਾਵਨ ਬਾਣੀ ਹੈ, ਗੁਰੂ ਅਮਰਦਾਸ ਮਹਾਰਾਜ ਨੇ ਅੰਤ ਦੇ ਵੇਲੇ ਲਿਖਾਈ ਹੈ। ਉਹ ਹਰੇਕ ਮਰਗਤ ਦੇ ਭੋਗ ਤੇ ਉਹ ਬਾਣੀ ਦਾ ਜਾਪ ਜਿਹੜਾ ਪੜਿਆ ਜਾਂਦਾ ਹੈ ਭੋਗ ਤੋਂ ਬਾਅਦ। ਤੇ ਸਾਧ ਸੰਗਤ ਉਸ ਵੇਲੇ ਪਾਤਸ਼ਾਹ ਜੀਆਂ ਨੇ ਸਾਰੇ ਪਰਿਵਾਰ ਨੂੰ ਸੱਦਿਆ ਸਾਨੂੰ ਦੱਸਣ ਦੇ ਲਈ। ਮਹਾਰਾਜ ਨੇ ਕਿਹਾ ਸਤਿਗੁਰ ਭਾਣੈ ਆਪਣੇ ਹੁਣ ਭਾਣਾ ਵਰਤਾਉਣ ਲੱਗੇ ਨੇ। ਸਤਿਗੁਰ ਭਾਣੈ ਆਪਣੇ ਵਹਿ ਪਰਿਵਾਰ ਸਦਾਇਆ। ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਪਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖ ਸੰਗਤਾਂ ਨੂੰ ਪਰਿਵਾਰ ਨੂੰ ਕਹਿੰਦੇ ਸਾਡਾ ਸਮਾਂ ਆ ਗਿਆ ਹੈ, ਅਸੀਂ ਆਪਣੀ ਜੋਤ ਗੁਰੂ ਰਾਮਦਾਸ ਮਹਾਰਾਜ ਵਿੱਚ ਟਿਕਾ ਚੁੱਕੇ ਹਾਂ। ਆ ਸਰੀਰ ਹੁਣ ਜਿਹੜਾ ਇਹ ਪਰਮੇਸ਼ਰ ਦੀ ਚਰਨਾਂ ਵਿੱਚ ਉਹਦੇ ਵਿੱਚ ਲੀਨ ਹੋਣ ਲੱਗਿਆ। ਜੋਤੀ ਜੋਤ ਸਮਾਉਣ ਦਾ ਵੇਲਾ ਜਦੋਂ ਸਿੱਖਾਂ ਸਤਿਗੁਰੂ ਤੋਂ ਸੁਣਿਆ ਆ ਭਾਣਾ ਵਰਤਾਉਣ ਲੱਗੇ ਹੋ ਤੇ ਸਾਧ ਸੰਗਤ ਉਸ ਵੇਲੇ ਸਾਧ ਸੰਗਤ ਸਿੱਖ ਸੰਗਤਾਂ ਕੇ ਬੇਨਤੀ ਕਰਦੀਆਂ ਸੱਚੇ ਪਾਤਸ਼ਾਹ ਤੁਸੀਂ ਕਹਿੰਦੇ ਹੋ ਵੀ ਰੋਇਓ ਨਾ। ਮਹਾਰਾਜ ਜਦੋਂ ਕੋਈ ਆਪਣਾ ਵਿਛੜਦਾ ਗੱਲ ਆਪਾਂ ਵਿਛੋੜੇ ਤੋਂ ਸ਼ੁਰੂ ਕੀਤੀ, ਜਦੋਂ ਕੋਈ ਆਪਣਾ ਵਿਛੜਦਾ ਹੈ ਸੱਚੇ ਪਾਤਸ਼ਾਹ ਅੱਖੀਆਂ ਵਿੱਚ ਹੰਝੂ ਆਉਣੇ ਸੁਭਾਵਿਕ ਹੈ। ਸਤਿਗੁਰੂ ਤੁਸੀਂ ਛੱਡ ਕੇ ਜਾ ਰਹੇ ਹੋ। ਸੱਚੇ ਪਾਤਸ਼ਾਹ ਮਹਾਰਾਜ ਅੱਜ ਵਿਛੋੜਾ ਮਹਾਰਾਜ ਕਹਿੰਦੇ ਹਾਂ ਇਹ ਵੇਲਾ ਹੈ, ਕਿਉਂਕਿ ਧੁਰ ਲਿਖਿਆ ਪ੍ਰਮਾਣਾ ਫਿਰੈ ਨਹੀਂ। ਸਤਿਗੁਰੂ ਕਹਿੰਦੇ ਸਾਨੂੰ ਧੁਰ ਤੋਂ ਫਰਮਾਨ ਸਦਾ ਆ ਗਿਆ ਹੈ। ਸਾਰੀ ਸੰਗਤ ਬੈਠੀ ਹੈ। ਸਤਿਗੁਰੂ ਸਾਰੀ ਸੰਗਤ ਨੂੰ ਸੰਬੋਧਨ ਹੋ ਕੇ ਕਹਿੰਦੇ ਆ ਸਿੱਖ ਸੰਗਤ ਜੀ ਸਦਾ ਜੀ ਪ੍ਰੇਮ ਵਾਲਾ ਆ ਗਿਆ ਏ ਸਾਨੂੰ। ਸਦਾ ਜੀ ਪ੍ਰੇਮ ਵਾਲਾ ਆ ਗਿਆ ਏ ਸਾਨੂੰ। ਸਦਾ ਜੀ ਪ੍ਰੇਮ ਵਾਲਾ ਆ ਗਿਆ ਏ ਸਾਨੂੰ। ਸਦਾ ਜੀ ਪ੍ਰੇਮ ਵਾਲਾ ਆ ਗਿਆ ਏ ਸਦਾ ਜੀ ਪ੍ਰੇਮ ਵਾਲਾ ਆ ਗਿਆ ਏ ਸਾਨੂੰ। ਸਦਾ ਜੀ ਪ੍ਰੇਮ ਵਾਲਾ ਆ ਗਿਆ ਏ ਸਾਨੂੰ ਸਦਾ ਜੀ ਪ੍ਰੇਮ ਵਾਲਾ ਆ ਗਿਆ। ਅਸੀਂ ਚੱਲੇ ਸੱਚਖੰਡ ਨੂੰ ਸਾਨੂੰ ਸਦਾ ਜੀ ਪ੍ਰੇਮ ਵਾਲਾ ਆ ਗਿਆ। ਅਸੀਂ ਚੱਲੇ ਸੱਚਖੰਡ ਨੂੰ ਸਦਾ ਜੀ ਪ੍ਰੇਮ ਵਾਲਾ ਆ ਗਿਆ। ਅਸੀਂ ਚੱਲੇ ਸੱਚਖੰਡ ਨੂੰ ਸਾਨੂੰ ਸਦਾ ਜੀ ਪ੍ਰੇਮ ਵਾਲਾ ਆ ਗਿਆ। ਅਸੀਂ ਚੱਲੇ ਸੱਚਖੰਡ ਨੂੰ ਸਾਨੂੰ ਸਦਾ ਜੀ ਪ੍ਰੇਮ ਵਾਲਾ ਆ ਗਿਆ। ਅਸੀਂ ਚੱਲੇ ਸੱਚਖੰਡ ਨੂੰ ਸਾਨੂੰ ਸਦਾ ਜੀ ਪ੍ਰੇਮ ਵਾਲਾ ਆ ਗਿਆ। ਅਸੀਂ ਚੱਲੇ ਸੱਚਖੰਡ ਨੂੰ। ਧੰਨ ਗੁਰੂ ਅਮਰਦਾਸ ਮਹਾਰਾਜ ਉਸ ਵੇਲੇ ਮਹਾਰਾਜ ਕਹਿਣ ਲੱਗੇ ਭਾਈ ਅੰਤੇ ਸਤਿਗੁਰ ਬੋਲਿਆ ਕਹਿੰਦੇ ਰੋਣਾ ਨਹੀਂ ਮਹਾਰਾਜ ਕੀ ਕਰੀਏ ਮੈਂ ਪਿੱਛੇ ਕੀਰਤਨ ਕਰਿਓ ਹੋ ਨਿਰਵਾਣ ਜੀਓ। ਸਤਿਗੁਰੂ ਕਹਿੰਦੇ ਉਹ ਰੋਇਓ ਨਾ
रब दी इलाही बाणी दा कीर्तन करियो, आखो सतनाम श्री वाहिगुरू। जिन्ना हो सकता है बाणी दा जाप होवे, ये नहीं है कि कल्ले साजां नाल कीर्तन हुंदा है, नहीं। साध संगत गुरबाणी पढ़ना भी कीर्तन है, गुरबाणी सुनना भी कीर्तन है, गुरबाणी नूं गाउणा भी कीर्तन है। एक कीर्तन भगती है, श्रवणा भगती है, नवदा भगती विचों 9 प्रकार की कीर्तन भगती है। महाराज कहंदे क्योंकि सानू तुर दा फरमान आ गया, तुर लिखिया परवाना फिरै नहीं। गुर जाए हर पास जियो, कह सुंदर सुनो संतो। सतगुरु पातशाह महाराज सारे जगत नूं गुरु रामदास के पैरी पा के आप चले ने सचखंड नूं। साध संगत जी लास्ट धारना बड़ा औखा है जदों विछड़ जाता है ना कोई अपना, भावें पिता जाए, मां चली जाए, किसी भरा दा विछोड़ा पैंदा है, भैन दा विछोड़ा पैंदा है। साध संगत जी बड़ा औखा है, बड़ा औखा विछोड़े दा सल सहना। गुरु रामदास पातशाह जी ते संगतां साध संगत जी प्रेम दे विच बैराग दे हंझू। सतगुरु सच्चे पातशाह गुरु अमरदास महाराज ज्योति जोत समाए जदों सचखंड नूं चले गए, जदों सच्चे पातशाह महाराज सचखंड नूं जांदे ने, साध संगत जी संगतां गल लग लग के ताहां मार मार के रोईयां, भावें कि हुक्म सी सतगुरु दा, पर बैराग इन्ना हुंदा है जिन्हां दे अपने चले जाण पता उन्हां नूं हुंदा है। साध संगत जी जदों कितों विछड़दा ना कोई, क्योंकि वो फिर जदों कोई बापू मां चले जांदी है, वो पुत्रां दे लईए आस हुंदी है किते हुण बापू दा सौखा वेला सी, बापू कुछ समा होर रह जांदा, ते बापू दे लई कहंदे आ अपने बच्चे साध संगत विछोड़े दे विच आके हरेक एडा वड्डा परिवार छड्ड के गए आ। ते साध संगत भावें सतगुरु दी रहमत है, कृपा है कि परिवार पिछे बहुत बड़ा है। सरदार धन्ना सिंह जी धनोआ साहब ते उन्हां दे सुपुत्र सरदार प्रगट सिंह जी, स्वर्गवासी सरदार जीत सिंह जी ते पोतरा मनदीप सिंह जी, बड़ा वड्डा परिवार है। साध संगत जी एक वारी हुंदा है बापू आ लास्ट धारना है, फिर समाप्ति करदे हां, दिता समा समाप्त है जी। कि बापू सानू कामयाब तां कर गया सी, कुछ होर तरक्कियां वेख जांदा। कामयाब तां कर गया सी, कुछ होर तरक्कियां वेख जांदा। कामयाब तां कर गया सी, सानू तरक्कियां वेख जांदा। कामयाब तां कर गया सी, कुछ होर तरक्कियां वेख जांदा। कामयाब तां कर गया सी, कुछ होर तरक्कियां वेख जांदा। सानू कामयाब तां कर गया सी, कुछ होर तरक्कियां वेख जांदा। कामयाब तां कर गया सी, कुछ होर तरक्कियां वेख जांदा। कामयाब तां कर गया सी, होर तरक्कियां वेख जांदा। कामयाब तां कर गया सी, कुछ होर तरक्कियां वेख जांदा। कामयाब तां कर गया सी, कुछ होर तरक्कियां वेख जांदा। साध संगत जी क्योंकि बहुत वड्डा हथ है पिता दा, आओ गुरबाणी दियां बड़ियां उदाहरणां दे पिता दे प्रथाए, माता पिता दे प्रथाए, अपने माता पिता दी कदर करिए, सेवा करिए।
जिस तरह परिवार ने बड़ा प्यार करते सन साध संगत जी, पता लग्या सी क्योंकि दास की हाजरी भराई है भाई साहब भाई जग्गा सिंह जी, मैंबर साहबान नगर सेखू तो संगत भी आई है, होर भी संगत आईया ने। भाई गुरमीत सिंह जी इस करदे पोत जमाई ने, वो सरदार धन्ना सिंह जी दे ते बड़ा ही परिवार, वो भी गुरमुख परिवार है, बड़ा प्यार है दास दा। भाई साहब भाई प्रकाश सिंह जी पिंड मलड़ी तो वो भी आए हैं, उस परिवार दे नाल भी बड़ा प्यार है। तो हुक्म होया सी आप संगतां दे दर्शन करवाए ने, ते आप परिवार बारे भी दसिया, समा इजाजत नहीं दिंदा। सत संगत जी सारे ही परिवार गुरु साहब की कृपा है, बड़ा परिवार है, ते गुरु साहब जी रहमत करन पिछे परिवार ते सतगुरु जी इस भाणे नूं मनण दा वल बख्शिश करन, चढ़दी कला बख्शिश करन, अपने चरना कमलों दे नाल परिवार नूं जोड़ के रखण। सारियां संगतां दा धन्नवाद है, परिवार वालों आए रिश्तेदारां दा, नगर निवासियां दा, तो दास वालों बहुत बहुत धन्नवाद है सारे परिवार दा। ते गुरुद्वारा साहिब दे ग्रंथी साहिबान इन्हां दा भी धन्नवाद है, ते जिहड़े पहलां तो भी जथे विच भी पहलां तो भी सेवा करते आ, तो अज भी इन्होंने जथे दे नाल साथ निभाया। धन्नवाद है गुरुद्वारा साहिब की प्रबंधक कमेटी का सारियां दा ही, ते नाल ही भाई साहब भाई सरदार जग्गा सिंह जी मैंबर साहब नगर सेखू वाले, इन्हां दा भी बहुत बहुत धन्नवाद जिन्हां ने आप संगतां दे दर्शन करवाए आ। ते आओ सारियां संगतां प्यार सत्कार दे नाल हुण समाप्ति का वेला है। आनंद साहिब दे पाठ विच आपो अपनियां लवाओ हाजरियां। सतगुरु कृपा करे, रहमत करे। संसार दे विच आए हैं, एक दिन जाना भी है। ये सतगुरु जी की पावन बाणी का उपदेश है। आओ सारे कृपा करो। अरदास बेनती भी शामिल होने दे लई आनंद साहिब दे पाठ विच गज वज के हाजरी लवाओ, कोई भी रस्म बनी न रवे जी। राम कली महला तीजा आनंद को अहंकार सतगुरु प्रसाद। आनंद पाया मेरी माए सतगुरु मैं पाया। अमृता पाया सेती मन दिया बधाइया। जाग रतन परिवार प्रिया शब्द गावन आइया। सब तो गाबो हरि केरा मंजनी बसाया। कह नानक आनंद हुआ सतगुरु में पाया। ये मन मेरे तू सदा रहो हर नाले। हर नाल रहो तो मन मेरे दुख सब विसारना। अंगीकारो करे तेरा आज सब सवारना। रवना गला सुनो रत स्वामी तो क्यों मन हो विसारे। कह नानक मन मेरे सदा रहो हर नाले। साचे साहेबा क्या नहीं करते सबका तेरे सच है जिंदे सो पावे। सदा सिफत सुलह तेरी नाम मन वसावे। नाम जिनके मन वसिया भज संग कनेरे। कह नानक सच्चे साहिब क्या नहीं करते रह साचा। मेरा दारो सतनाम आधार मेरा जन भुखा सानु दुआया। हर शांत सुख मन आए वसया दिन इच्छा सब पुजाइया। ता कुर्बान कीता गुर बिकवा जिदिया बढ़िया। कह नानक सुनो सुनो शब्द करो प्यारो साचा। मेरा दारो बाजे पंचावत दिकार सुपागे। कर सुपागे शब्द वाजे कला जित कर तारिया। ताल कंठ तुम्हारा सुर कर्म पाया तुग दिन का उपे नाम हर कैला के। आनंद सुनो बड़ भागी हो सगल मनोरथ पूरे। परम
ਸੰਗ ਵਸੂਲੇ ਦੁਖ ਰੋਗ ਸੰਤਾਪ ਉਪਜੇ ਸੁਣੀ ਸੱਚੀ ਬਾਣੀ ਸੰਤ ਸਾਜਨ ਪਏ ਸਰਸੇ ਉੜੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਹਿਆ ਪਰ ਪੂਰੇ ਮੰਗ ਨਾਨਕ ਗੁਰ ਚਰਨ ਲਾਗੇ ਸਾਜੇ ਅਨਹਦ ਤੂਰੇ ਸੋ ਪਵਨੀ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ ਦੇਵ ਰਾਤ ਕੋਇ ਦਾਈ ਮਾਇਆ ਕੇਲੇ ਸਾਧਨ ਜਾਗਤ ਰੰਗਿਆਈਆਂ ਬੁਰਿਆਈਆਂ ਬਾਟੈ ਧਰਮ ਹਦੂਰ ਧਰਮੀ ਆਪੋਰਾ ਬਣੀ ਲੈ ਕੇ ਦੂਰ ਜਿਨੀ ਨਾਮ ਤੇ ਆਇਆ ਕਹਿ ਮਸਕਤ ਕਾਲ ਨਾਨਕ ਤੇ ਮੁਖੀ ਉਜਲੇ ਕੇਤੀ ਖੁਸ਼ੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਠਾਕੁਰ ਤੁਮ ਪੈਰ